4 ਲੱਖ 80,000 ਤੇ ਜਦ ਕਿ ਅਸੀਂ 1 ਲੱਖ ਤੇ 31,500 ਤੁਸੀਂ ਦਿੱਤੇ ਕਿੰਨੇ ਪੈਸੇ ਅਕਾਊਂਟ ਟ੍ਰਾਂਸਫਰ ਕਰਾਏ ਸੀ ਕਿ ਹੈਂਡ ਕੈਸ਼ ਕਰਾਏ ਸੀ? 25,000 ਅਸੀਂ ਚੈੱਕ ਰਾਹੀਂ ਦਿੱਤੇ ਆ ਤੇ 1 ਲੱਖ ਜਿਹੜਾ ਆ ਉਹ ਬਾਈ ਕੈਸ਼ ਦਿੱਤਾ। ਤੇ ਹੁਣ ਤੁਸੀਂ ਗਏ ਹੋ ਏਜੰਟ ਨਾਲ ਗੱਲਬਾਤ ਕਰਨ, ਕੀ ਕਿਹਾ ਉਹਨਾਂ ਨੇ? ਸਾਨੂੰ ਜਿੰਨੀ ਵਾਰੀ ਆਏ ਆ ਸਾਨੂੰ ਓਨਰ ਨਹੀਂ ਮਿਲਦਾ। ਓਨਰ ਜਿਹੜਾ ਇਹਨਾਂ ਦਾ ਹੋਦੀ ਆ ਉਹ ਇੱਥੇ ਰਹਿੰਦਾ ਹੋਦੀ ਆ, ਪਤਾ ਨਹੀਂ ਕਿੱਥੇ ਆ। ਉਹ ਓਨਰ ਨੂੰ ਹੋਦੀ ਆ ਸਾਹਮਣੇ ਲਿਆਉਂਦੇ। ਓਨਰ ਦਾ ਨਾਮ ਕੀ ਆ ਤੇ ਏਜੰਟ ਦਾ ਕੀ ਨਾਮ ਆ? ਓਨਰ ਸਾਹਿਲ ਕਈ। ਇਮੀਗ੍ਰੇਸ਼ਨ ਕੰਪਨੀ ਦਾ ਨਾਮ ਕੀ ਹੈ? ਇਮੀਗ੍ਰੇਸ਼ਨ ਸੌਰੀ ਹੋਦੀ ਆ ਉਹਦੇ ਬਾਰੇ ਹਾਂਜੀ। ਤੁਸੀਂ ਇਸ ਬਾਰੇ ਪੁਲਿਸ ਕੰਪਲੇਂਟ ਕੀਤੀ ਹੈ ਜੀ? ਪੁਲਿਸ ਕੰਪਲੇਂਟ ਨਹੀਂ ਹਜੇ ਕੀਤੀ ਹੈਗੀ। ਅਸੀਂ ਪਹਿਲਾਂ ਇਹਨਾਂ ਨਾਲ ਪੁਲਿਸ ਕੰਪਲੇਂਟ ਹੋਈ ਹੋਈ ਆ ਹਰਿਆਣੇ ਤੋਂ। ਹੋਰ ਕਿੰਨੇ ਕੁ ਜਣਿਆਂ ਦੇ ਪੈਸੇ ਫਸੇ ਪਏ ਤੁਹਾਡੇ ਨਾਲ ਜੀ? ਚਾਲੀ 50 ਬੰਦੇ ਹੈਗੇ ਜੀ ਜਿਨ੍ਹਾਂ ਦੀ ਪੇਮੈਂਟ ਰਹਿੰਦੀ ਹੈ। ਮੈਡਮ ਇੱਥੇ ਆਓ, ਇੱਥੇ ਆਓ। ਇੱਕ ਮਿੰਟ ਭਾਜੀ, ਅਭਿਨੰਦਨ ਭਾਜੀ ਆ ਗਈ, ਆਓ ਇੱਥੇ। ਸਰ ਭਾਜੀ ਉਹਨਾਂ ਹਾਂਜੀ, ਕੀ ਨਾਮ ਆ ਜੀ ਤੁਹਾਡਾ? ਮੇਰਾ ਨਾਮ ਨੀਤੂ ਵਾਲਾ ਆ। ਕੀ ਮੈਂ ਭਾਜੀ ਉਹਨਾਂ ਦੇ ਨਾਲ ਆਈ ਆ। ਇਹਨਾਂ ਦੇ ਪੈਸੇ ਫਸੇ ਹੋਏ ਸੀਗੇ। ਇਹਨਾਂ ਨੇ ਪੈਸੇ ਦੱਸਿਆ ਵੀ ਸਾਨੂੰ ਅਸੀਂ ਦਿੱਤੇ ਹੋਏ ਪੈਸੇ ਤੇ ਹੁਣ ਮੁੱਕਰ ਰਹੇ ਆ। ਨਾ ਕੋਈ ਸਾਨੂੰ ਮੂਹਰੇ ਕੋਈ ਆ ਰਿਹਾ, ਅਸੀਂ ਉਹਨਾਂ ਨਾਲ ਗੱਲਬਾਤ ਕਰੀਏ ਕਿ ਸਾਡੇ ਜਿਹੜੇ ਪੈਸੇ ਲੈਣ ਵਾਲੇ ਆ ਤੇ ਸਾਨੂੰ ਕੋਈ ਦੱਸੇ ਕੁਝ ਵੀ ਨਹੀਂ ਦੱਸ ਰਹੇ ਅਗਲੇ। ਕਿੰਨੇ ਪੈਸੇ ਆਏ ਟੋਟਲ ਜੀ? 1,35,000 31,000 ਸਾਡਾ ਬੇਟਾ ਆ, ਮੇਰਾ ਬੇਟਾ ਮੇਰੇ ਨਿਆਣੇ ਘਰ ਭੁੱਖੇ ਮਰਦੇ ਆ। ਲੱਖ ਰੁਪਈਆ ਇਹਨੂੰ ਦੇ ਗਿਆ ਆ, ਕੁੜੀ ਨੂੰ ਅੰਦਰ ਬਹਿ ਕੇ ਲੱਖ ਰੁਪਈਆ ਦੇ ਗਿਆ। ਮੇਰਾ 7 ਮਹੀਨਿਆਂ ਦਾ ਪੋਤਾ ਭੁੱਖਾ ਰੋਂਦਾ। ਇਹ ਕਹਿੰਦੀ ਇੰਨੇ ਪੈਸੇ ਦਾ ਤੈਨੂੰ ਹਫ਼ਤੇ ਦੇ ਵਿੱਚ ਅਸੀਂ ਚੜਾ ਦੇਣਾ। ਇਹਨੂੰ ਚੜਾਇਆ ਨਹੀਂ, ਫੇਰ ਨਹੀਂ ਤਰੀਕ ਦੇ ਦਿੱਤੀ। ਤੈਨੂੰ ਇੰਨੀ ਤਰੀਕ ਨੂੰ 15 ਚੜਾਵਾਂਗੇ, ਤੈਨੂੰ 30 ਨੂੰ ਚੜਾਵਾਂਗੇ। ਅਸੀਂ 30 ਵੀ ਦੇਖ ਲਈ। ਇਹਨਾਂ ਬਹੁਤ ਪਿਆਰ ਨਾਲ ਅਸੀਂ ਗੱਲਾਂ ਕਰ ਇਹਨਾਂ ਦੇਖ ਲਈਆਂ। ਕੈਨੇਡਾ ਦਾ ਨਾਮ ਇਹ ਬੇਟਾ ਮੇਰਾ ਛੋਟੀ ਜੀ ਮੇਰੀ ਪੋਤੀ ਆ। ਨਿਆਣੇ ਮੇਰੇ ਪੱਕੇ ਘਰ ਬੈਠੇ। ਇਹਨੂੰ ਪੈਸੇ ਸਾਰੇ ਦੇ ਗਿਆ। ਇਹਨਾਂ ਨੂੰ ਕਿੰਨੇ ਪੈਸੇ ਦਿੱਤੇ ਸੀਗੇ? 1 ਲੱਖ ਕਿੰਨੇ 31,000 ਰੁਪਈਆ 1 ਲੱਖ। ਆ ਇਹੋ ਕੈਨੇਡਾ ਦਾ ਵੀਜ਼ਾ ਜਦ ਕਿ ਪ੍ਰਿੰਟ ਆ ਇਹੋ ਪ੍ਰਿੰਟ ਹੁੰਦੀ ਆ, ਕੱਢ ਕੇ ਹੁੰਦੀ ਆ, ਇੱਦਾਂ ਕਰਕੇ ਹੁੰਦੀ ਆ, ਦਿਖਾਉਂਦੇ ਆ। ਜਦ ਕਿ ਮੈਂ ਇਹਨਾਂ ਨੂੰ ਕਈ ਵਾਰੀ ਕਿਹਾ, ਮੈਂ ਕਿਹਾ ਮੈਨੂੰ ਮੇਰਾ ਪਾਸਪੋਰਟ ਦਿਖਾਓ ਜੇ ਤੇ ਵੀਜ਼ਾ ਲੱਗਾ ਆ ਤੁਸੀਂ। ਨਹੀਂ ਦਿਖਾਇਆ ਇਹਨੇ। ਨਾ ਇਹੋ ਕਦੀ ਕੋਈ ਐਪਲੀਕੇਸ਼ਨ ਮੰਗਦਾ ਨੰਬਰ। ਮੈਂ ਕਿਹਾ ਮੈਨੂੰ ਐਪਲੀਕੇਸ਼ਨ ਨੰਬਰ ਦਿਓ। ਐਪਲੀਕੇਸ਼ਨ ਨੰਬਰ ਵੀ ਨਹੀਂ ਦਿੰਦੇ। ਹਾਂਜੀ ਤੁਸੀਂ ਉੱਪਰ ਆਫਿਸ 'ਚ ਲਿਜਾ ਕੇ ਦਿਖਾ ਸਕਦੇ ਹੋ? ਹਾਂਜੀ ਉਹ ਵਿੱਚ ਹੈ ਨਹੀਂ। 2 ਲੱਖ ਕਿਹੜੇ ਕੋਲ ਹੁੰਦਾ ਜੀ? ਛੋਟੇ ਬੇਟੇ ਮੇਰੇ ਨਿਆਣੇ ਆ, ਮੇਰੇ ਪੋਤੇ ਪੋਤੇ ਜਿਹੜਾ ਸਾਨੂੰ ਲੁੱਟ ਲਿਆ। ਆ ਜਿਹੜਾ ਮੈਨੂੰ ਤੁਸੀਂ ਉੱਪਰ ਕਰਕੇ ਦਫ਼ਤਰ ਦਿਖਾ ਸਕਦੇ ਹੋ ਜਿੱਥੇ ਇਹ ਠੱਗੀ ਹੋ ਰਹੀ ਹੈ। ਦਿਖਾਣੇ ਆ ਸਰ ਜੀ, ਸਾਰਾ ਕੁਝ ਦਿਖਾਣੇ ਆ। ਸੋ ਬਾਰ-ਬਾਰ ਨਾਮ ਜਿਹੜਾ ਸਾਹਮਣੇ ਆ ਰਿਹਾ ਪੂਜਾ ਮੈਡਮ ਡੀਲ ਕਰਦੇ ਸੀ। ਕੌਣ ਹੈ? ਪੂਜਾ ਮੈਡਮ। ਸੋ ਲਗਾਤਾਰ ਮਾੜੇ ਕਾਗਜ਼ ਸਾਰੇ ਕੱਢ ਕੇ ਦਿਖਾ ਦਿਓ ਇਦਾਂ ਮਾੜਾ ਜਿਹਾ। ਆਇਓ ਪਿੱਛੇ ਨੂੰ, ਸ਼ੋਰ ਬਣਾ। ਇੱਕ ਮਿੰਟ ਭਾਜੀ, ਪਿੱਛੇ ਨੂੰ ਆਇਓ ਮਾੜਾ ਜਿਹਾ। ਮੈਂ ਨਹੀਂ ਪੂਜਾ ਉਹਨਾਂ ਦੀ ਮਾਂ ਸੀ ਪੂਜਾ। ਯਾਰ ਪਿੱਛੇ ਨੂੰ ਕਰ ਲਓ ਮਾੜਾ ਫੋਨ ਭਰਾ, ਦਿਖਾ ਦਿਓ ਮਾੜਾ ਜੀ। ਇੱਕ ਸਿੰਗਲ ਸਰ ਜੀ, ਮੈਂ ਡਾਕਟਰ ਸੁਰਿੰਦਰ ਜੱਗੂ, ਬੇਗਮਪੁਰਾ ਟਾਈਗਰ ਫੋਰਸ ਲੁਧਿਆਣੇ ਤੋਂ ਸਿਟੀ ਪ੍ਰੈਜ਼ੀਡੈਂਟ। ਅੱਜ ਅਸੀਂ ਲੁਧਿਆਣੇ ਤੋਂ ਚੱਲ ਕੇ ਸਾਡੇ ਬੇਗਮਪੁਰਾ ਟਾਈਗਰ ਫੋਰਸ ਦੇ ਪ੍ਰਧਾਨ ਜੀ, ਜਿਹੜੇ ਪ੍ਰੈਜ਼ੀਡੈਂਟ ਨੇ ਪੰਜਾਬ ਦੇ, ਵਾਈਸ ਪ੍ਰੈਜ਼ੀਡੈਂਟ ਪੰਜਾਬ ਦੇ ਧਰਮਪਾਲ ਜੀ, ਉਹ ਵੀ ਸਾਡੇ ਨਾਲ ਚੱਲ ਕੇ ਆਏ ਨੇ। ਔਰ ਅਸੀਂ ਇਹ ਜਿਹੜਾ ਜੀਨੀਅਸ ਜਿਹੜਾ ਇਹ ਏਜੰਟ ਹੈ, ਇਸ ਦੇ ਦਫ਼ਤਰ ਦੇ ਅੱਗੇ ਅਸੀਂ ਖੜ੍ਹੇ ਹਾਂ, ਸਾਡੇ ਮੀਡੀਆ ਦੇ ਸਹਿਯੋਗ ਦੇ ਨਾਲ, ਸਾਡੇ ਹੋਰ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ। ਔਰ ਸਾਨੂੰ ਇਹ ਕੰਪਲੇਂਟ ਮਿਲੀ ਹੈ ਕਿ ਇਹ ਜਿਹੜਾ ਇੱਥੇ ਦੇ ਮਾਲਕ ਨੇ ਜਾਂ ਇੱਥੇ ਦਾ ਜਿਹੜਾ ਸਟਾਫ ਹੈ, ਉਹ ਲੋਕਾਂ ਦੇ ਨਾਲ ਧੋਖਾਧੜੀਆਂ ਕਰਕੇ, ਹੇਰਾਫੇਰੀਆਂ ਕਰਕੇ ਲੱਖਾਂ ਰੁਪਈਆ ਹੜੱਪ ਚੁੱਕਿਆ। ਔਰ ਉਹਨਾਂ ਦੇ ਪਾਸਪੋਰਟ, ਉਹਨਾਂ ਦੀਆਂ ਹਰਾਸਮੈਂਟ ਉਹਨਾਂ ਨੂੰ ਇੰਨਾ ਕਰ ਚੁੱਕਿਆ ਕਿ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ, ਕੋਈ ਗੁਰਾਇਆ ਤੋਂ, ਕੋਈ ਲੁਧਿਆਣੇ ਤੋਂ, ਕੋਈ ਜਲੰਧਰ ਤੋਂ, ਕਿਤੋਂ ਇਕੱਠੇ ਹੋ ਕੇ ਸਾਨੂੰ ਘੱਟੋ ਘੱਟ 100-200 ਬੰਦਾ ਇਕੱਠਾ ਹੋ ਕੇ ਇੱਥੇ ਦਫ਼ਤਰ ਦੇ ਵਿੱਚ ਆਉਣਾ ਪਿਆ। ਜਦ ਕਿ ਇੱਥੇ ਦਾ ਇਹ ਜਿਹੜਾ ਮਾਲਕ ਹੈ, ਇੰਨਾ ਗੰਦਾ ਬੰਦਾ, ਇੰਨਾ ਕਮੀਨਾ ਬੰਦਾ, ਉਹ ਇੱਥੇ ਹਾਜ਼ਰ ਹੀ ਨਹੀਂ ਹੈ। 100-200 ਬੰਦਿਆਂ ਦਾ ਰੁਜ਼ਗਾਰ ਖਾ ਗਿਆ, ਪੈਸਾ ਖਾ ਗਿਆ, ਮਿਹਨਤ ਖਾ ਗਿਆ।
ਔਰ ਉਹ ਇੱਥੇ ਹਾਜ਼ਰ ਨਹੀਂ ਹੈ। ਆਪਣੀਆਂ 2-4 ਕਿਨੇ ਕੁੜੀਆਂ ਇੱਥੇ ਰੱਖੀਆਂ ਹੋਈਆਂ, ਉਹ ਵੀ ਇੰਨੀਆਂ ਬਦਤਮੀਜ਼ ਸਟਾਫ, ਇੰਨੀਆਂ ਬੇਕਦਰੀਆਂ, ਜਿੱਦਾਂ ਕਹਿੰਦੇ ਹੁੰਦੇ ਬੰਦਾ ਬੇਕਦਰਾ, ਉਸ ਤਰ੍ਹਾਂ ਦੀਆਂ ਬੇਕਦਰੀਆਂ ਜਿਹੜੀਆਂ ਲੋਕਾਂ ਨੂੰ ਪਰੇਸ਼ਾਨ ਕਰਨੇ ਵਾਲੀਆਂ, ਲੋਕਾਂ ਦੀਆਂ ਉਹ ਚੀਜ਼ਾਂ ਕਰਨੇ ਵਾਲੀਆਂ, ਨਾ ਕਿਸੇ ਨੂੰ ਗੱਲ ਕਰਨ ਦਾ ਤਰੀਕਾ, ਨਾ ਕਿਸੇ ਨੂੰ ਬੋਲਣ ਦਾ ਤਰੀਕਾ। ਲੱਖਾਂ ਰੁਪਈਆ ਲੋਕਾਂ ਦੇ ਕੋਲੋਂ ਖਾ ਗਏ। ਔਰ ਸਾਡੇ ਸਾਰੇ ਭੈਣ ਭਰਾ ਇੱਥੇ ਆ ਕੇ ਖੜੇ ਨੇ ਅੱਜ ਇਸ ਦਫ਼ਤਰ ਦੇ ਵਿੱਚ ਕਿ ਇੱਥੋਂ ਇਹ ਜਿਹੜਾ ਓਨਰ ਹੈਗਾ ਉਹ ਇੱਥੇ ਆਵੇ, ਓਨਰ ਆ ਕੇ ਸਾਨੂੰ ਇਨਸਾਫ ਦੇਵੇ, ਦੱਸੇ। ਕੀ ਨਾਮ ਹੈ ਸਰ ਓਨਰ ਦਾ? ਓਨਰ ਦਾ ਨਾਮ ਸਾਹਿਲ ਕਹੀ। ਉਹ 3-4 ਓਨਰ ਨੇ, 3-4 ਓਨਰ ਨੇ, ਕੋਈ ਵੀ ਅੱਜ ਤੱਕ ਸਾਹਮਣੇ ਨਹੀਂ ਆਇਆ। ਲੱਖਾਂ ਰੁਪਈਆ ਲੋਕਾਂ ਦਾ ਖਾ ਗਿਆ। ਔਰ ਇਹ ਜਿਹੜਾ ਜਿਹੜੀ ਕੰਸਲਟੈਂਸੀ ਤੁਸੀਂ ਆਰੋਪ ਲਗਾ ਰਹੇ ਹੋ, ਤੁਹਾਡੇ ਕੋਲ ਇਹਨਾਂ ਦਾ ਲਾਇਸੈਂਸ ਨੰਬਰ ਹੈਗਾ? ਦੇਖੋ, ਲਾਇਸੈਂਸ ਨੰਬਰ ਸਾਡੇ ਕੋਲ ਇਹਨਾਂ ਦਾ ਨਹੀਂ ਹੈ। ਅਸੀਂ ਦੇਖੋ, ਕੋਈ ਵੀ ਬੰਦਾ ਕਿਸੇ ਵੀ ਰਿਸਪੌਂਸਿਬਿਲਟੀ ਵਿੱਚ ਬੈਠਾ, ਅਸੀਂ ਸਾਡਾ ਜਿਹੜਾ ਦੇਸ਼ ਹੈ, ਸਾਡਾ ਜਿਹੜਾ ਦੀਨ ਧਰਮ ਈਮਾਨ ਜਿਹੜਾ ਹੈਗਾ, ਉਹ ਸਾਡਾ ਇਹੀ ਹੈ ਕਿ ਜਿਹੜਾ ਵੀ ਸਾਡਾ ਇੱਥੇ ਦੁਨੀਆ ਦੇ ਉੱਪਰ ਜਾਂ ਇਹੋ ਜਿਹੀ ਕੋਈ ਦਫ਼ਤਰ ਖੋਲ੍ਹ ਕੇ ਬੈਠਾ, ਕੋਈ ਚੀਜ਼ ਖੋਲ੍ਹ ਕੇ ਬੈਠਾ, ਵੀ ਉਹ ਆਪਣੇ ਪੱਕੇ ਪੈਰੀ ਬੈਠਾ ਹੋਏਗਾ, ਉਹ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਬੈਠਾ ਹੋਏਗਾ। ਪਰ ਆਮ ਲੋਕਾਂ ਨੂੰ ਨਹੀਂ ਪਤਾ ਕਿ ਇਹ ਲੋਕ ਬਿਨਾਂ ਲਾਇਸੈਂਸ ਤੋਂ, ਬਿਨਾਂ ਡਿਗਰੀਆਂ ਤੋਂ, ਬਿਨਾਂ ਉਹਨਾਂ ਗੱਲਾਂ ਤੋਂ ਇੱਥੇ ਬੈਠੇ ਨੇ ਔਰ ਲੋਕਾਂ ਨੂੰ ਹੇਰਾਫੇਰੀਆਂ ਕਰ ਰਹੇ ਨੇ, ਧੋਖਾਧੜੀਆਂ ਕਰ ਰਹੇ ਨੇ। ਪ੍ਰਸ਼ਾਸਨ ਸੁੱਤਾ ਪਿਆ। ਅਸੀਂ ਇਹ ਸਾਡੇ ਭਾਈ ਸਾਹਿਬ ਖੜੇ ਨੇ ਲੁਧਿਆਣੇ ਤੋਂ, ਦੁੱਗਰੀ ਤੋਂ। ਇਹਨਾਂ ਨੇ ਅੱਜ ਤੋਂ 15-20 ਦਿਨ ਪਹਿਲਾਂ ਕਮਿਸ਼ਨ ਸਾਹਿਬ ਨੂੰ ਕੰਪਲੇਂਟ ਦੇ ਕੇ ਗਏ ਨੇ ਇਹਨਾਂ ਦੇ ਖਿਲਾਫ। ਉਹਨਾਂ ਨੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਕਮਿਸ਼ਨ ਆਪਣੇ ਏਸੀ ਦੇ ਵਿੱਚ ਸੁੱਤਾ ਪਿਆ, ਆਰਾਮ ਨਾਲ ਬੈਠਾ, ਉਹਨੇ ਕੋਈ ਕੰਪਲੇਂਟ ਦੇ ਉੱਪਰ ਕਾਰਵਾਈ ਨਹੀਂ ਕੀਤੀ। ਇਹ ਗਰੀਬ ਲੋਕ 25-25, 10-10 ਰੁਪਈਆ, 10-10 ਰੁਪਈਏ ਇਕੱਠਾ ਕਰਕੇ ਰੋਜੀ ਰੋਟੀ ਹੈਂਡ ਟੂ ਮਾਊਥ ਖਾਣੇ ਵਾਲੇ ਬੰਦੇ, ਇਹ ਸਾਰੇ ਇੱਥੇ ਅੱਜ ਇਕੱਠੇ ਹੋ ਕੇ ਬੈਠੇ ਨੇ ਕਿ ਇੱਥੇ ਦਾ ਨਾ ਤਾਂ ਓਨਰ ਇੱਥੇ ਹਾਜ਼ਰ ਹੈ, ਨਾ ਪ੍ਰਸ਼ਾਸਨ ਸੁੱਤਾ ਪਿਆ। ਅਸੀਂ ਅਤੇ ਜਲੰਧਰ ਦੇ ਪ੍ਰਸ਼ਾਸਨ ਨੂੰ 4 ਐਸਐਚਓ ਨੂੰ 5 ਐਸਐਚਓ ਨੂੰ ਫੋਨ ਕਰ ਚੁੱਕੇ ਆ ਕਿ ਤੁਹਾਡਾ ਇਹ ਏਰੀਆ ਕਿਹੜੇ ਏਰੀਏ ਵਿੱਚ ਪੈਂਦਾ, 4 ਨੰਬਰ ਵਿੱਚ ਪੈਂਦਾ, 5 'ਚ ਪੈਂਦਾ, ਕਿਹਦੇ 'ਚ ਪੈਂਦਾ। ਸਾਰਿਆਂ ਨੇ ਪੱਲਾ ਝਾੜਤਾ। ਆਹ ਦੇਖੋ ਉਹਨਾਂ ਦੇ ਨੰਬਰ, ਆਹ ਨੰਬਰ ਲਿਖੇ ਹੋਏ ਨੇ ਸਾਡੇ ਪ੍ਰਧਾਨ ਜੀ ਨੇ। ਪ੍ਰਧਾਨ ਜੀ ਇੱਧਰ ਆ ਜਾਓ ਮੇਰੇ ਕੋਲ। ਆਹ ਪ੍ਰਧਾਨ ਜੀ ਨੇ ਨੰਬਰ ਲਿਖੇ ਹੋਏ ਨੇ। ਸਾਰਿਆਂ ਨੇ ਪੱਲਾ ਝਾੜਦਾ ਕਿ ਇਹ ਜਿਹੜਾ ਲੁਧਿਆਣੇ ਦਾ ਇਹ ਵਿਜੇ ਨਗਰ ਆ, ਸਾਡੇ ਇਹ ਆਪਣੇ ਜਲੰਧਰ ਦਾ ਜਿਹੜਾ ਵਿਜੇ ਨਗਰ ਆ, ਇਹ ਸਾਡੇ ਏਰੀਆ ਵਿੱਚ ਹੈ ਹੀ ਨਹੀਂ ਹੈ, ਸਾਡੇ ਲੁਧਿਆਣੇ ਵਿੱਚ ਹੀ ਨਹੀਂ ਹੈ। ਕਹਿੰਦੇ ਜਲੰਧਰ ਦਾ ਏਰੀਆ ਜਿਹੜਾ ਵਿਜੇ ਨਗਰ ਆ, ਇਹ ਸਾਡੇ ਏਰੀਆ ਵਿੱਚ ਹੀ ਨਹੀਂ ਹੈ, ਕਹਿੰਦੇ ਸਾਡੇ ਜਲੰਧਰ ਵਿੱਚ ਹੀ ਨਹੀਂ ਹੈ। ਕੋਈ ਵੀ ਪ੍ਰਸ਼ਾਸਨ ਦਾ ਬੰਦਾ ਇੱਥੇ ਪਹੁੰਚਿਆ ਨਹੀਂ। ਸਾਨੂੰ 1.5-2 ਘੰਟੇ ਹੋ ਗਏ ਇਹ ਪ੍ਰਸ਼ਾਸਨ ਨਾਲ ਗੱਲ ਕਰਦੇ ਆ। ਤੁਸੀਂ ਕਿਰਪਾ ਕਰਕੇ ਉਹਨਾਂ ਨਾਲ ਗੱਲ ਕਰਵਾ ਦੋਗੇ? ਹਾਂਜੀ, ਜਿਹੜੇ ਪੀੜਿਤ ਨੇ, ਜਿਨ੍ਹਾਂ ਦੇ ਪੈਸੇ ਫਸੇ ਨੇ। ਹਾਂ, ਮੇਰੇ ਵੀ ਪੈਸੇ ਫਸੇ ਨੇ। ਮੇਰੇ ਵੀ ਦੋਨਾਂ ਬੱਚਿਆਂ ਦੇ ਮੈਂ ਆਪਣਾ ਇਹਨਾਂ ਕੋਲ ਲੈ ਚੱਲਦੇ ਆ। ਮੈਂ ਤੁਹਾਨੂੰ ਇੱਕ ਇੰਪੋਰਟੈਂਟ ਹੋਰ ਗੱਲਾਂ ਦੱਸਣੀਆਂ ਚਾਹੁੰਦਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਇਹ ਲੋਕ ਕਿੰਨੇ ਕਮੀਨੇ ਨੇ। ਮੈਂ ਕਿਹਾ ਜੀ 1 ਮਿੰਟ ਰੁਕੋ। ਆਹ ਜਿਹੜਾ ਐਫੀਡੈਵਿਟ ਹੈ, ਆਹ ਐਫੀਡੈਵਿਟ ਦੇਖੋ, ਇਹ ਐਫੀਡੈਵਿਟ ਦਿੰਦੇ ਨੇ। ਇਹ ਇਹਨਾਂ ਦਾ ਮਨਜ਼ੂਰਸ਼ੁਦਾ ਐਫੀਡੈਵਿਟ ਹੈ। ਇਹ ਜਿਹੜੇ ਕਸਟਮਰ ਨੂੰ ਦਿੰਦੇ ਨੇ ਕਿ ਐਸ ਐਫੀਡੈਵਿਟ ਦੇ ਉੱਪਰ ਤੁਹਾਡੇ ਕੋਲ ਅਸੀਂ ਪੈਸੇ ਲੈ ਰਹੇ ਹਾਂ, ਤੁਹਾਡਾ ਵੀਜ਼ਾ ਲਵਾ ਰਹੇ ਹਾਂ, ਤੁਹਾਡੀਆਂ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਹਾਂ। ਨਾ ਇਹਨਾਂ ਨੂੰ ਕੋਰਟ ਦਾ ਡਰ, ਨਾ ਇਹਨਾਂ ਨੂੰ ਕਚਹਿਰੀ ਦਾ ਡਰ, ਨਾ ਇਹਨਾਂ ਨੂੰ ਕਿਸੇ ਪ੍ਰਸ਼ਾਸਨ ਦਾ ਡਰ। ਸਰ ਜਿਹੜੇ ਕੁੱਲ ਪੀਰੀਅਡ ਹੈ ਕਿੰਨੇ ਆ? ਹਾਂਜੀ, ਕਿੰਨੇ ਪੀਰੀਅਡ ਅੱਜ ਤੁਹਾਡੇ ਨਾਲ ਆਏ ਆ ਜਿਨ੍ਹਾਂ ਦੇ ਪੈਸੇ ਦੇਣੇ? 40-50 ਬੰਦੇ ਨੇ ਜੀ। ਤੇ ਟੋਟਲ 40-50 ਬੰਦੇ ਨੇ ਉੱਪਰ ਬੈਠੇ ਆ। ਹਾਂਜੀ, ਆ ਜਾਓ ਸਰ, ਆ ਜਾਓ। ਤੁਹਾਨੂੰ ਦੀ ਤਸਵੀਰਾਂ ਇਸ ਸਮੇਂ ਜਲੰਧਰ ਦੇ ਜੈਨਸਿਸ ਕੰਸਲਟੈਂਸੀ ਦੀ ਤੁਸੀਂ ਦੇਖ ਰਹੇ ਹੋ, ਜਿੱਥੇ ਕਿ ਬਾਹਰ ਭੇਜਣ ਦੇ ਨਾਮ ਤੇ ਠੱਗੀ ਜਿਹੜੀ ਹੈ ਕੀਤੀ ਜਾ ਰਹੀ ਹੈ। ਜੈਨਸਿਸ ਕੰਸਲਟੈਂਸੀ ਵੱਲੋਂ ਪੀੜ੍ਹੀ ਦੇ ਜਿਹੜੇ ਨੇ ਇਕੱਠੇ ਹੋ ਕੇ ਇੱਥੇ ਆਏ ਨੇ। ਪੁਲਿਸ ਮਹਿਕਮੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਜਿਹੜੀ ਪੀੜਤਾਂ ਵੱਲੋਂ ਕੀਤੀ ਗਈ, ਲੇਕਿਨ ਦੱਸਿਆ ਜਾ ਰਿਹਾ ਕਿ ਵਿਜੇ ਨਗਰ ਦਾ ਜਿਹੜਾ ਏਰੀਆ ਹੈ, ਉਹ ਪੁਲਿਸ ਵਾਲੇ ਦਾ ਕਹਿਣਾ ਹੈ ਕਿ ਇਹ ਏਰੀਆ ਸਾਡੇ ਏਰੀਆ ਨਹੀਂ ਪੈਂਦਾ। ਘੱਟੋ ਘੱਟ 4 ਵਜੇ ਸੱਚ ਨੂੰ ਫੋਨ ਕਰਦੇ ਨੇ। ਸੋ ਇਹੀ ਆਫਿਸ ਹੈ ਜੈਨਸਿਸ ਕੰਸਲਟੈਂਸੀ ਦਾ। ਮੈਡਮ ਕੀ ਗੱਲ ਕੀ ਤੁਹਾਡੇ ਦਫ਼ਤਰ ਦੇ ਬਾਰੇ ਸਾਰੇ ਇਕੱਠੇ ਹੋਏ ਪਏ ਨੇ? ਨਹੀਂ ਅੰਦਰ ਜਾਣ ਦੋ। ਤੂੰ ਤਾਂ ਪਰੇ ਉਹ ਬੈਗ ਲੈ ਪਿੱਛੋਂ ਮੁੰਡੇ ਨੇ ਜਿਹੜੀ ਜੋ ਭਾਜੀ ਗਏ ਅੰਦਰ। ਚਲੋ ਇੱਕ ਮਿੰਟ ਯਾਰ।
ਮੀਡੀਆ ਨੂੰ ਬੇਨਤੀ ਹੈ ਕਿ ਅੰਦਰ ਜਾ ਕੇ ਆਪਣਾ ਵੈਸੇ ਹੀ ਉਹਨਾਂ ਨੇ ਕਲੋਜ਼ ਕੀਤਾ ਕੰਮ ਖੁੱਲ੍ਹਾ ਹੀ ਆ ਤੁਸੀਂ ਦੇਖ ਸਕਦੇ ਤਸਵੀਰਾਂ ਦੇਖਦੇ ਚੱਲਦੇ ਆ ਰਹੇ ਉਹੀ ਸਟਾਫ ਹੀ ਅੱਗੇ ਵੀ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀ ਜਿਹੜੀ ਕੰਪਲੇਂਟ ਹੈ ਇਸ ਬਾਰੇ ਕਾਫੀ ਆ ਚੁੱਕੀ ਹੋਈ ਹੈ। ਮੈਮ ਕੀ ਨਾਮ ਕੀ ਹੈ ਜੀ ਤੁਹਾਡਾ? ਪੂਜਾ ਦੀ ਪੂਜਾ ਕੀ ਗੱਲ ਕੀ ਮੈਮ ਤੁਹਾਡੇ ਤੇ ਆਰੋਪ ਲੱਗ ਰਹੇ ਆ ਕਿ ਠੱਗੀ ਹੋਈ ਬਾਰੇ? ਹਾਂਜੀ ਤਸਵੀਰਾਂ ਇਸ ਸਮੇਂ ਜੈਨੇਸਿਸ ਕੰਟਰੀਜ਼ਾਂ ਦੀ ਹੋਗੀ ਜਿੱਥੇ ਕਿ ਸਾਰੇ ਪਰਿਜਨ ਜਿਨ੍ਹਾਂ ਨੇ ਪੈਸੇ ਆਪਣੇ ਫਸਾਏ ਨੇ ਉੱਥੇ ਪਹੁੰਚੇ ਨੇ ਔਰ ਜਿਸ ਲੇਡੀ ਦੇ ਉੱਪਰ ਆਰੋਪ ਲੱਗ ਰਹੇ ਨੇ ਦੱਸਿਆ ਜਾ ਰਿਹਾ ਕਿ ਓਨਰ ਜਿਹੜਾ ਇੱਥੋਂ ਦੀ ਗਾਇਬ ਹੋ ਚੁੱਕਾ ਹੈ, ਓਨਰ ਇੱਥੇ ਅਵੇਲੇਬਲ ਨਹੀਂ ਹੈ ਕਿ ਜਿਹੜਾ ਸਟਾਫ ਜੋ ਉੱਥੇ ਕੰਮ ਕਰਦਾ ਹੈ ਉਹ ਉੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਮੀਡੀਆ ਤੋਂ ਮੂੰਹ ਲੁਕਾਇਆ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਅੱਗੇ ਵੀ ਜਿਹੜੇ ਇਹ ਏਜੰਟਾਂ ਦੇ ਜਿਹੜੇ ਮਾਮਲੇ ਕਾਫੀ ਜ਼ਿਆਦਾ ਸਾਹਮਣੇ ਆ ਚੁੱਕੇ ਆ, ਜਿਹੜੇ ਠੱਗੀ ਠੋਰੀ ਦੇ ਇਹਨਾਂ ਦੇ ਮਾਮਲੇ ਅੱਗੇ ਵੀ ਕਾਫੀ ਸਾਹਮਣੇ ਆਏ ਆ। ਉੱਥੇ ਵੀ ਲੋਕਾਂ ਦੇ ਲੱਖਾਂ ਦੇ ਤੌਰ ਤੇ ਠੱਗੀ ਮਾਰ ਕੇ ਤੇ ਪੈਸੇ ਸਾਰੇ ਖਾ ਚੁੱਕੇ ਹੋਏ ਆ। ਮੈਡਮ ਤੁਸੀਂ ਇੱਥੇ ਓਨਰ ਹੋ ਵੀ ਸਟਾਫ ਦੇ ਵਿੱਚ ਹੋ? ਹਾਂਜੀ ਮੈਡਮ ਤੁਸੀਂ ਇੱਥੇ ਦੇ ਓਨਰ ਹੋ ਕਿ ਤੁਸੀਂ ਸਟਾਫ ਮੈਂਬਰ ਹੋ? ਕੌਣ ਹੋ ਤੁਸੀਂ? ਕਾਫੀ ਸਾਰੇ ਸਟਾਫ ਦੇ ਵਿੱਚ ਜਿਹੜੇ ਪੂਜਾ ਨਾਮ ਦੀ ਜਿਹੜੀ ਲੜਕੀ ਹੈ ਦੱਸਿਆ ਜਾ ਰਿਹਾ ਇੱਥੋਂ ਦਿੱਲੀ ਦਾ ਖਰਚਾ ਤਾਂ 4000 ਰੁਪਇਆ ਮੈਡੀਕਲ ਦਾ 2000 ਰੁਪਇਆ ਸੀਗਾ। ਤੁਸੀਂ ਇਸ ਟਾਈਮ ਹੁਣੇ ਤੁਸੀਂ ਕਿੰਨੇ ਪੈਸੇ ਦਿੱਤੇ ਆ? ਮੈਂ 45000 ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦਿੱਤੇ ਨੂੰ? ਸਾਨੂੰ ਅਸੀਂ ਅੱਧਾ ਘੰਟਾ ਹੀ ਹੋਇਆ। ਤੇ ਤੁਹਾਨੂੰ ਬਾਅਦ ਚ ਪਤਾ ਲੱਗਾ ਕਿ ਇਹ ਠੱਗ ਹੈਗੇ ਆ? ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸ਼ਖਸ ਨੇ ਹੁਣੇ ਜਿਹੜਾ ਆ ਦੱਸਦੀ ਕਿ ਉਸੇ 45000 ਰੁਪਏ ਜਿਹੜਾ ਉਹਨਾਂ ਨੇ ਦਿੱਤਾ ਹੈ। ਉਸ ਸਮੇਂ ਜਿਹੜੀ ਸਟਾਫ ਦੇ ਕੋਲ ਦੇਖ ਸਕਦੇ ਹੋ ਕਿੰਨੇ ਗਿਣਤੀ ਦੇ ਵੱਡੀ ਕੀਤੀ ਇਹਦਾ ਮਾਸਕ ਲਾਓ, ਇਹਦਾ ਮਾਸਕ ਲਾਓ, ਇਹਦੇ ਮੂੰਹ ਤੇ ਫੜੋ ਤੇ ਬੇੜੀ ਵੀਡੀਓ ਬਣਾਓ। ਹੋ ਜਾਂਦੇ ਕੋਈ ਗੱਲ ਨਹੀਂ ਆ ਜਾਂਦੇ ਚੰਡੀਗੜ੍ਹ ਜਾ ਕੇ ਸੱਜਿਆ ਹੀ ਸਾਨੂੰ ਉੱਥੇ ਅੱਛਾ ਜੀ। ਆਇਆ ਨੇ ਚੰਡੀਗੜ੍ਹ ਦਫ਼ਤਰ ਬੰਦ ਕਰਕੇ ਇੱਥੇ ਆਏ ਆ। ਕਿੰਨਾ ਟਾਈਮ ਹੋ ਗਿਆ ਸੀ ਗੱਲ ਭਾਜੀ? ਆ ਨਾ ਹਜ਼ਾਰ ਦਾ ਕੰਮ ਕਰੋ ਉਦਾਂ ਤੁਸੀਂ ਕਰੋ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਠੱਗ ਏਜੰਟ ਆ ਉਹਨਾਂ ਨੇ ਦਰਵਾਜ਼ਾ ਬੰਦ ਕਰਕੇ ਅੰਦਰ ਬੈਠ ਗਏ ਹੋਏ ਆ। ਦਰਵਾਜ਼ੇ ਨੂੰ ਖੁੱਲ੍ਹੀ ਦੀ ਗੱਲ ਕੀਤੀ ਗਈ ਆ। ਤੁਹਾਨੂੰ ਦੱਸ ਦਈਏ ਕਿ ਅੱਗੇ ਵੀ ਜਿਹੜੇ ਕਾਫੀ ਇਸ ਤਰ੍ਹਾਂ ਦੇ ਮਾਮਲੇ ਆ ਜਿਹੜੇ ਸਾਹਮਣੇ ਆ ਚੁੱਕੇ ਆ। ਸੀਸੀਟੀਵੀ ਵੀ ਲੱਗੇ ਲੋਕਾਂ ਵੱਲੋਂ ਜਿਹੜਾ ਦਰਵਾਜ਼ਾ ਤੋੜਿਆ ਗਿਆ ਤੋੜ ਦੀ ਤੁਸੀਂ ਦੇਖ ਸਕਦੇ ਹੋ ਕਿ ਦਰਵਾਜ਼ਾ ਤੋੜਿਆ ਗਿਆ ਅੰਦਰ ਸਟਾਫ 'ਚ।
ਉੱਥੇ ਤੁਹਾਨੂੰ ਦੱਸ ਦਈਏ ਇਹ ਉਹੀ ਕੁੜੀਆਂ ਆ ਜਿਹੜੀ ਲੱਖਾਂ ਦੀ ਠੱਗੀਆਂ ਕਰਦੀਆਂ ਆ। ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਯੁਵਾ ਸਵੇਰਾ ਟੀਵੀ ਉੱਤੇ। ਤੁਹਾਨੂੰ ਦੱਸ ਦਈਏ ਕਿ ਏਜੰਟੀ ਦੇ ਮਾਮਲੇ ਜਿਹੜੇ ਲਗਾਤਾਰ ਜਲੰਧਰ ਦੇ ਵਿੱਚ ਸਾਹਮਣੇ ਆ ਰਹੇ ਆ। ਉੱਥੇ ਇੱਕ ਹੋਰ ਜਿਹੜਾ ਹੁਣ ਏਜੰਟੀ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਜਿੱਥੇ ਲੋਕਾਂ ਦੀ ਲੱਖਾਂ ਦੀ ਠੱਗੀ ਕਰਕੇ ਜਿਹੜੀ ਇਹ ਕੁੜੀਆਂ ਆਪਣਾ ਮੂੰਹ ਲਗਾ ਕੇ ਠੱਗੀਆਂ। ਪਿੱਛੇ ਨੂੰ ਅੰਦਰ ਵੜਾ ਤੁਸੀਂ ਅੰਦਰ ਦੇ ਭਾਜੀ ਮੋਰੇ ਖੜੇ ਨਾ ਭਾਈ ਥੋੜੇ ਅੱਗੇ ਹੋਈ ਹੋਏ ਤਸਵੀਰਾਂ ਜਲੰਧਰ ਟਾਈਮਸ ਟੀਵੀ ਦੇ ਤੁਸੀਂ ਦੇਖ ਇਸ ਸਮੇਂ ਦੀਆਂ। ਅੱਗੇ ਨੂੰ ਥੋੜਾ ਪਬਲਿਕ ਆ ਜਾਂਦੀ ਨਾ ਆਪਦੇ ਬੇਕਾਰ ਲਾ ਦੇ ਬੜਾ ਯਾਰ ਚਲੋ ਦੇਖ ਸਕਦੇ ਹੋ ਜਿਹੜੇ ਸਟਾਫ ਮੈਂਬਰ ਆ ਕਿਸ ਤਰ੍ਹਾਂ ਆਪਣਾ ਮੂੰਹ ਲਗਾ ਕੇ ਜਿਹੜੇ ਮੀਡੀਆ ਦੇ ਅਸੀਂ ਆਪਣਾ ਪੱਲਾ ਛਡਾਉਣ ਦੀ ਗੱਲ ਕਰੀਏ ਉੱਥੇ ਇਹ ਗੱਲ ਕਰੀਏ ਕਿ ਲੱਖਾਂ ਦੀ ਜਿਹੜੀ ਠੱਗੀ ਇਹ ਲੋਕੀ ਕਰਦੇ ਆ। ਹੁਣ ਬੰਦਿਆਂ ਨੇ ਉਹ ਤਾਂ ਹੁਣ ਮੈਨੂੰ 10 ਮਿੰਟ ਨਹੀਂ ਹੋਏ ਉਹ ਤੇ ਮੋੜਾ ਪੇਮੈਂਟ ਉਹਨਾਂ ਨੂੰ ਜਿਹੜੇ ਹੁਣ ਦਿੱਤੇ ਉਹ ਤਾਂ ਦੋ ਇਹਨਾਂ ਨੇ ਹੁਣ 40 ਕਰ ਦਿੱਤਾ ਉਹ ਨਹੀਂ ਅੱਗੇ ਪਤਾ ਕੀ ਕਹਿੰਦੇ ਆ ਜੇ ਮੈਂ ਜਿਹੜੇ ਪੈਸੇ ਜੋ ਕਰਨਾ ਕਰ ਲੋ ਇਹ ਗੱਲ ਉਹਨਾਂ ਦੀ ਬੜੀ ਇਹ ਆ ਮੈਂ ਕਿੱਥੇ ਗਿਆ ਭਾਜੀ ਕਿੱਥੇ ਗਿਆ ਆਵੇ ਭਾਜੀ ਇੱਥੇ ਜਿਹੜੇ ਮੈਂ ਦਿੱਤੇ ਅੰਦਰ ਹੀ ਆ। ਉਹਨੂੰ ਕਿਹਾ ਕਹਿੰਦੇ ਕਿ ਜੋ ਆਇਓ ਨਹੀਂ ਮੈਡਮ ਜੀ ਆਇਓ ਆ ਦੇਖੋ ਭਾਈ ਇਹਦਾ ਫਿਲਟਰ ਕਰੋ ਇਹਨਾਂ ਨੂੰ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ 1 ਲੱਖ ਦੇ ਕਿੰਨੇ ਪੈਸੇ ਦਿੱਤੇ ਇਹਨਾਂ ਨੇ ਕਾਜੀ ਜੀ ਕੀ ਨਾਮ ਕੀ ਆਪਣਾ? ਪੈਸੇ ਮਰੇ ਹੋਏ ਆ। ਨੀਰੂ, ਕਿੱਥੋਂ ਦੇ ਆਏ ਤੁਸੀਂ? ਮੈਂ ਲੁਧਿਆਣਾ ਤੋਂ। ਕੀ ਗੱਲ ਕੀ ਤੁਹਾਡੀ? ਸਰ ਇਹਨਾਂ ਨੇ ਸਾਡਾ ਪਹਿਲਾਂ ਕੇਸ ਲਗਾ ਕੇ ਸਾਨੂੰ ਇਹ ਕਿਹਾ ਸੀ ਵੀ ਤੁਹਾਨੂੰ 2000 ਰੁਪਏ ਤੁਸੀਂ ਸਾਨੂੰ ਪਹਿਲਾਂ ਦੇਣਾ, ਹੋਰ ਕੋਈ ਖਰਚਾ ਨਹੀਂ। ਅਸੀਂ ਇਹਨਾਂ ਨੂੰ 2000 ਰੁਪਏ ਦੇ ਅਕਾਊਂਟ 'ਚ ਟ੍ਰਾਂਸਫਰ ਕਰਤਾ। ਫਿਰ ਸਾਨੂੰ ਕਹਿੰਦੇ 4000 ਰੁਪਏ ਮੈਡੀਕਲ ਦਾ ਦਿਓ ਜੀ ਤਾਂ ਕਰਕੇ ਫਾਈਨ ਲੱਗੂਗੀ। ਅਸੀਂ 4000 ਰੁਪਏ ਦੇਤਾ। ਫਿਰ ਥੋੜ੍ਹੇ ਦਿਨਾਂ ਬਾਅਦ ਕਹਿੰਦੇ ਵੈਸੇ ਫੀਸ ਦੇਣੀ ਹੈ 25000 ਦਿਓ। ਫਿਰ 25000 ਦੇਤਾ। ਫਿਰ ਉਸ ਵਾਰ ਜੋ ਇਹਨਾਂ ਕੋਲ ਆਏ ਇਹ ਸਾਨੂੰ ਵੀਜ਼ਾ ਦਿਖਾਤਾ, ਕਹਿੰਦੇ ਆ ਦੇਖੋ ਤੁਹਾਡਾ ਵੀਜ਼ਾ ਆ ਗਿਆ, ਤੁਹਾਨੂੰ ਕਾਪੀ ਤਾਂ ਸੈਂਡ ਕਰਾਂਗੇ ਜੇ ਤੁਸੀਂ ਸਾਡੇ ਅਕਾਊਂਟ ਵਿੱਚ ਪੈਸੇ ਪਾਓਗੇ। ਅਸੀਂ ਲੱਖ ਰੁਪਏ ਇਹਨਾਂ ਨੂੰ ਟ੍ਰਾਂਸਫਰ ਕੀਤਾ ਤੇ ਇਹਨਾਂ ਨੇ ਸਾਨੂੰ ਵੀਜ਼ਾ ਕੁਝ ਨਹੀਂ ਦਿੱਤਾ। ਹੁਣ ਇਹਨਾਂ ਦਾ ਜਿਹੜਾ ਬੌਸ ਹੈ ਅਮਿਤ ਸ਼ਰਮਾ ਉਹ ਕਹਿ ਰਿਹਾ ਜੋ ਕਰਨਾ ਕਰ ਲਓ, ਅਸੀਂ ਕੁਝ ਨਹੀਂ ਦੇਣਾ। ਤੁਹਾਡੇ ਕੋਈ ਰਿਕਾਰਡਿੰਗ ਵਗੈਰਾ ਕੋਈ ਜਿਹੜੀ ਵੀਜ਼ਾ ਜਿਹੜਾ ਦਿਖਾਇਆ ਇਹਨਾਂ ਨੇ ਕੋਈ ਫੋਟੋ ਵਗੈਰਾ ਦੀ ਕਿੱਥੇ ਤੋਂ ਲਵਾਇਆ ਜੀ ਤੁਸੀਂ? ਕੈਨੇਡਾ ਦਾ। ਸੋ ਦੇਖ ਸਕਦੇ ਹੋ ਤਸਵੀਰਾਂ ਇਸ ਸਮੇਂ ਜਿਹੜੀ ਹੈ ਕਿ ਵੱਡੀ ਗਿਣਤੀ ਦੇ ਲੋਕਾਂ ਨਾਲ ਠੱਗੀ ਜਿਹੜੀ ਹੈ ਉਹ ਕੀਤੀ ਗਈ। ਇਸ ਸਮੇਂ ਜਿਹੜੇ ਲੋਕ ਨੇ ਕਾਫੀ ਗੁੱਸੇ ਦੇ ਵਿੱਚ ਨੇ ਔਰ ਦੇਖ ਸਕਦੇ ਹੋ ਸਟਾਫ ਨਾਲ ਲਗਾਤਾਰ ਗੱਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜਲੰਧਰ ਟਾਈਮਸ ਟੀਵੀ ਵੱਲੋਂ ਕੀਤੀ ਜਾ ਰਹੀ ਹੈ। ਉਹ ਵਿੱਕੀ ਨੇ ਇੱਥੇ ਹੀ ਆ ਕਿੱਥੇ ਵਿੱਕੀ ਕਿੱਥੇ ਆ ਵਿੱਕੀ ਸਰ ਕਿੱਥੇ ਗਏ ਹਾਂ ਆ ਵਿੱਕੀ ਇਹਨਾਂ ਨਾਲ ਇੱਥੇ ਸੱਦਾ ਵਿੱਕੀ ਇਹ 60000 ਰੁਪਇਆ ਸਾਡੇ ਕੋਲ ਲੈ ਕੇ ਅੰਦਰ ਕਿੱਥੇ ਆ ਕੀ ਭਾਈ ਹੁਣ ਵਿੱਕੀ ਨਾਲ ਕਿੱਦਾਂ ਆਇਆ ਜਿੱਤਾ ਇਹਨਾਂ ਨੂੰ ਉਹ ਵਿੱਕੀ ਇੱਥੇ ਹੀ ਆ ਤੁਸੀਂ ਕਿੰਨੇ ਪੈਸੇ ਦਿੱਤੇ ਸੀਗੇ ਮੈਂ ਕਹਿੰਦੇ ਕਿਹੜਾ ਵਿੱਕੀ ਆ ਗਿਆ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਜੀ। ਤੁਸੀਂ ਕਿੰਨੇ ਪੈਸੇ ਦਿੱਤੇ ਸੀਗੇ? ਮੁੰਡਾ ਵਿੱਕੀ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ 2 ਨੰਬਰ ਦੀ ਟਿਕਟ ਪਾ ਰਹੇ ਉਹਦੇ ਮਾਸਕ ਲਾ ਕੇ ਹੁਣ ਜਿਹੜਾ ਮੈਡਮ ਦਾ ਬੋਲ ਨਹੀਂ ਹੋ ਰਿਹਾ। ਬ్రో ਮੈਂ ਕਿੱਦਾਂ ਕਰਾਂ ਦੱਸ ਮੈਂ ਸਾਈਡ ਤੇ ਤੂੰ ਕਰ ਪਹਿਲਾਂ ਕਿ ਵਿੱਕੀ ਨੂੰ ਕਹਿੰਦੇ ਹੁਣ ਨਹੀਂ ਕੋਈ ਜਾਣਦੇ ਨਹੀਂ ਹੁਣ ਵਿੱਕੀ ਦਾ ਨਾਲ ਹੀ ਆ ਗਿਆ ਵਿੱਕੀ ਇਹਨਾਂ ਦਾ ਆਉਣਾ ਇਹਨਾਂ ਦਾ ਮੈਮ ਤੁਹਾਡਾ ਕੀ ਕਹਿਣਾ ਇਸ ਬਾਰੇ ਜੀ? ਵਿੱਕੀ ਇਹਨਾਂ ਦਾ ਯਾਰ ਜਵੇਸ਼ ਵੱਡਾ ਮੁੰਡਾ ਵਾ ਜਿਹੜਾ ਉਹਦੇ ਚੰਡੀਗੜ੍ਹ ਸੋ ਦੱਸਦੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਲੋਕ ਜਿਹੜੇ ਨੇ ਇੱਥੇ ਇਕੱਠੇ ਹੋਏ ਔਰ ਕੈਨੇਡਾ ਦੇ ਨਾਮ ਤੇ ਜਿਹੜੀ ਠੱਗੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨਾਲ ਕੀਤੀ ਗਈ। ਦੇਖ ਸਕਦੇ ਹੋ ਜੈਨੇਸਿਸ ਕੰਸਲਟੈਂਸੀ ਆਫਿਸ ਜਿਹੜਾ ਫੁੱਟਬਾਲ ਚੌਂਕ ਦੇ ਕੋਲ ਜਿਹੜਾ ਹੈ ਸਥਿਤ ਹੈ। ਦੱਸ ਦਈਏ ਇਸ ਸਮੇਂ ਦਫ਼ਤਰ ਦੇ ਵਿੱਚ ਇਸ ਸਮੇਂ ਲਾਈਵ ਤਸਵੀਰਾਂ ਜਲੰਧਰ ਟਾਈਮਸ ਟੀਵੀ ਤੇ ਦੇਖ ਰਹੇ ਹੋ। ਜੈਨੇਸਿਸ ਕੰਸਲਟੈਂਸੀ ਤੇ ਬਾਰ-ਬਾਰ ਜਿਹੜੇ ਹੈ ਲੋਕਾਂ ਵੱਲੋਂ ਬਾਰ-ਬਾਰ ਜਿਹੜੇ ਏਜੰਟ ਨੇ ਧੋਖਾਧੜੀ ਕੀਤੀ ਉਹਨੂੰ ਉੱਥੇ ਬੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਟਾਫ ਜਿਹੜਾ ਹੈ ਇਸ ਸਮੇਂ ਕੁਝ ਵੀ ਦੱਸਣ ਲਈ ਰਾਜ਼ੀ ਨਹੀਂ ਹੈ ਔਰ ਕੁਝ ਵੀ ਦੱਸ ਨਹੀਂ ਰਿਹਾ ਹੈ। ਤੇ ਬਾਰ-ਬਾਰ ਨੂੰ ਦੱਸ ਦਈਏ ਕਿ ਜਲੰਧਰ ਦੇ ਜੈਨੇਸਿਸ ਕੰਸਲਟੈਂਸੀ ਨਾਮ ਦੇ ਜਿਹੜੇ ਆ ਏਜੰਟ ਦੇ ਆਫਿਸ ਦੇ ਵਿੱਚ ਜਿਹੜੀ ਸਮੇਂ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ। ਧੋਖਾਧੜੀ ਦਾ ਮਾਮਲਾ ਜਿਹੜਾ ਹੈ ਉਹ ਆ ਰਿਹਾ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਦੇ ਨਾਮ ਤੇ ਲੋਕਾਂ ਨੂੰ ਜਾਲੀ ਵੀਜ਼ੇ ਦਿਖਾ ਕੇ ਜਿਹੜੀ ਹੈ ਜੋ ਲੋਕਾਂ ਨਾਲ ਠੱਗੀ ਜਿਹੜੀ ਹੈ ਕੀਤੀ ਗਈ ਹੈ। ਕਿਸੇ ਕੋ 45000 ਕਿਸੇ ਕੋ ਲੱਖ ਰੁਪਏ ਕਿਸੇ ਕੋ 1.5 ਲੱਖ ਰੁਪਏ ਇਸ ਸਮੇਂ ਜਿਹੜਾ ਲਿੱਤਾ ਗਿਆ। ਸੋ
ਸੋ ਲੋਕ ਆਪਣੇ ਪੈਸੇ ਵਾਪਸ ਲੈਣ ਵਾਸਤੇ ਇੱਥੇ ਖੜੇ ਨੇ। ਦੇਖ ਸਕਦੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਇੱਥੇ ਲੋਕ ਨੇ। ਗਿਆ ਤੇ ਹੁਣ ਪਤਾ ਲੱਗਾ ਕਿ ਇਹ ਸਾਰੇ ਠੱਗ ਹੈਗੇ ਆ। ਸੋ ਜੈਨੇਸਿਸ ਕੰਸਲਟੈਂਸੀ ਨਾਮ ਦੀ ਜਿਹੜੀ ਏਜੰਟ ਹੈ, ਇਮੀਗ੍ਰੇਸ਼ਨ ਆਫਿਸ ਕਹਿ ਸਕਦੇ ਸੀ, ਇਹਨਾਂ ਨੇ ਕਾਫੀ ਲੋਕਾਂ ਦੇ ਨਾਲ, ਗਰੀਬ ਲੋਕਾਂ ਨਾਲ, ਕੋਈ ਲੋਕ ਫਲੋਰ ਤੋਂ ਨੇ, ਲੁਧਿਆਣੇ ਤੋਂ ਨੇ, ਉਹਨਾਂ ਨੇ ਠੱਗੀ ਜਿਹੜੀ ਹੈ ਕੀਤੀ ਹੈ। ਲੋਕ ਆਪਣੇ ਪੈਸੇ ਵਾਪਸ ਮੰਗ ਰਹੇ ਨੇ, ਲੇਕਿਨ ਇਸ ਸਮੇਂ ਜਿਹੜਾ ਓਨਰ ਹੈ ਉਹ ਮੌਕੇ 'ਤੇ ਮੌਜੂਦ ਨਹੀਂ ਹੈ। ਅਤੇ ਦੱਸਦੀ ਕਿ ਜਿਹੜਾ ਸਟਾਫ ਹੈ, ਸਟਾਫ ਕੋਲੇ ਪੁੱਛਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ, ਲੇਕਿਨ ਸਟਾਫ ਕੋਈ ਵੀ ਜਵਾਬ ਇਸ ਸਮੇਂ ਨਹੀਂ ਦੇ ਰਹੀ। ਲੋਕਾਂ ਦੇ ਵਿੱਚ ਰੋਸ ਜਿਹੜਾ ਹੈ ਭਰਿਆ ਹੋਇਆ ਹੈ। ਇਸ ਸਮੇਂ ਦਰਵਾਜ਼ਾ ਤੋੜ ਕੇ ਜਿਹੜਾ ਸਟਾਫ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹਨਾਂ ਲੋਕਾਂ ਨੇ ਪੈਸੇ ਦਿੱਤੇ ਨੇ। ਸੋ ਜਲੰਧਰ ਦੇ ਫੁੱਟਬਾਲ ਚੌਂਕ ਦੇ ਨਜ਼ਦੀਕ ਜੈਨੇਸਿਸ ਕੰਸਲਟੈਂਸੀ ਦਾ ਜਿਹੜਾ ਆਫਿਸ ਹੈ, ਤੁਹਾਨੂੰ ਦੱਸ ਦਈਏ। ਤੁਹਾਡੇ ਤੋਂ ਜੇ ਗੱਲ ਕਰੀਏ ਕਿੰਨੇ ਪੈਸੇ ਦੀ ਠੱਗੀ ਕੀਤੀ ਜੀ ਇਹਨਾਂ ਨੇ? ਨਹੀਂ ਦੇਖੋ, ਮੈਂ ਤਾਂ ਆਰਗੇਨਾਈਜੇਸ਼ਨ ਤੋਂ ਆਇਆ। ਮੇਰਾ ਨਾਮ ਧਰਮਪਾਲ ਹੈ। ਮੈਂ ਬੇਗਮਪੁਰਾ ਟਾਈਗਰ ਫੋਰਸ ਤੋਂ ਵਾਈਸ ਪ੍ਰੈਜ਼ੀਡੈਂਟ ਪੰਜਾਬ। ਸੋ ਸਾਡੇ ਲੁਧਿਆਣੇ ਤੋਂ ਭੈਣ ਜੀ ਨੇ, ਨੀਰੂ ਜੀ, ਉਹਨਾਂ ਨੇ ਸਾਡੇ ਕੋਲ ਇਹ ਦਰਖਾਸਤ ਜਿਹੜੀ ਫਾਰਵਰਡ ਕੀਤੀ ਸੀ, ਅਤੇ ਅੱਜ ਉਹ ਸਾਡੇ ਨਾਲ ਆਏ ਨੇ। ਅਤੇ ਇਹਨਾਂ ਦੇ ਨਾਲ ਜਿਹੜੀ ਇਹ ਠੱਗੀ ਇਹ ਹੋਈ ਹੈ, ਅਤੇ ਅਸੀਂ ਉਸ ਦੇ ਖਿਲਾਫ ਦਫ਼ਤਰ ਗੱਲਬਾਤ ਕਰਨ ਵਾਸਤੇ ਆਏ ਸੀ, ਪਰ ਕੋਈ ਰਿਸਪੌਂਸ ਨਹੀਂ ਮਿਲਿਆ ਅਜੇ ਤੱਕ। ਸਾਰੇ ਇੱਥੋਂ ਫਰਾਰ ਨੇ। ਅਤੇ ਅਸੀਂ ਸੰਬੰਧਿਤ SHO 4 ਨੰਬਰ, 2 ਨੰਬਰ ਅਤੇ 5 ਨੰਬਰ ਕਾਲ ਕੀਤੀਆਂ ਨੇ ਮੈਂ, ਅਤੇ ਉਹਨਾਂ ਨੇ ਪਹਿਲਾਂ ਤਾਂ ਇਹ ਜਵਾਬ ਦਿੱਤਾ ਕਿ ਸਾਡੇ ਏਰੀਆ 'ਚ ਇਹ ਜਿਹੜਾ ਏਰੀਆ ਨਹੀਂ ਪੈਂਦਾ। ਅਤੇ ਹੁਣ ਇਸ ਤੋਂ ਬਾਅਦ ਮੈਂ ਕੰਟੈਕਟ ਕੀਤਾ ਅਤੇ ਆਪ ਜੀ ਨੂੰ ਲਗਾਇਆ ਗਿਆ। ਅਤੇ ਹੁਣ SHO ਸਾਹਿਬ ਨੂੰ ਦੱਸਿਆ ਸੀ ਕਿ ਜੇਕਰ ਅਸੀਂ ਸਾਡੀ ਕੋਈ ਨਹੀਂ ਪ੍ਰਸ਼ਾਸਨ ਜਿਹੜੇ ਲੁਧਿਆਣੇ ਦੇ ਲੇਡੀਜ਼ ਵੱਲੋਂ ਤੁਸੀਂ ਆਏ ਹੋ, ਜੇ ਗੱਲ ਕਰੀਏ ਉਹਨਾਂ ਦੇ ਕਿੰਨੇ ਪੈਸੇ ਠੱਗੇ ਜੀ? 1,40,500 ਰੁਪਏ ਨੇ। ਕਿੱਥੇ ਦਾ ਵੀਜ਼ਾ ਲਵਾਉਣ ਦੀ ਗੱਲ ਕੀਤੀ ਸੀ? ਕੈਨੇਡਾ ਦਾ ਵੀਜ਼ਾ ਲਵਾਉਣ ਦੀ ਗੱਲ ਕੀਤੀ ਗਈ ਹੈ। ਲਗਭਗ ਕਿੰਨਾ ਸਮਾਂ ਹੋ ਗਿਆ? ਇਹਨਾਂ ਨੂੰ ਤਕਰੀਬਨ 29 ਦੀ ਦਰਖਾਸਤ ਹੈ ਜੀ ਇਹਨਾਂ ਦੀ। ਤਕਰੀਬਨ 2 ਮਹੀਨੇ ਤੋਂ ਉੱਪਰ ਹੋ ਗਿਆ ਟਾਈਮ। ਤੁਸੀਂ ਦੇਖ ਸਕਦੇ ਹੋ ਕਿ 2 ਮਹੀਨੇ ਤੋਂ ਉੱਪਰ ਜਿਹੜਾ ਹੋ ਗਿਆ ਹੋਇਆ ਵਾ। ਇਸ ਏਜੰਟ ਨੇ ਲੱਖ ਰੁਪਏ ਤੋਂ ਉੱਪਰ ਲੈ ਲਿਆ, ਪਰ ਹਜੇ ਤੱਕ ਨਾ ਤਾਂ ਵਿਅਕਤੀ ਦਾ ਵੀਜ਼ਾ ਲਵਾਇਆ, ਨਾ ਕੁਛ। ਇਹ ਨਹੀਂ ਚੀਜ਼ ਸਮਝ ਆਉਂਦੀ ਕਿ ਜਿਹੜੇ ਇਸ ਤਰ੍ਹਾਂ ਦੇ ਏਜੰਟ ਹੈ, ਹਰਾਮ ਦੀਆਂ ਕਮਾਈਆਂ ਖਾ ਕੇ ਇਹ ਚੀਜ਼ ਕਿਸ ਤਰ੍ਹਾਂ ਆ ਜਾਂਦੀ ਹੈ। ਸੋ ਤਸਵੀਰਾਂ ਦੇਖੋ, ਲਗਾਤਾਰ ਜਿਹੜੀ ਹੈ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਏਜੰਟ ਨੂੰ ਸੱਦਿਆ ਜਾਵੇ ਔਰ ਆਪਣੇ ਪੈਸੇ ਜਿਹੜੇ ਵਾਪਸ ਦਿੱਤੇ ਜਾਣ। ਅੱਛਾ, ਆਪਣਾ ਮੈਂ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ। ਸੋ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਜਲੰਧਰ ਟਾਈਮ ਟੀਵੀ 'ਤੇ। ਤੁਹਾਨੂੰ ਦੱਸ ਦਈਏ ਇਸ ਸਮੇਂ ਜਲੰਧਰ ਦੇ ਫੁੱਟਬਾਲ ਚੌਂਕ ਦੇ ਨੇੜੇ ਪੈਂਦੇ ਜੈਨੇਸਿਸ ਕੰਸਲਟੈਂਸੀ ਦੇ ਆਫਿਸ ਦੇ ਵਿੱਚ ਸਮੇਂ ਕਾਫੀ ਲੋਕਾਂ ਵੱਲੋਂ ਜਿਹੜਾ ਹੈ ਰੋਸ ਦਿੱਤਾ ਜਾ ਰਿਹਾ ਕਿ ਲੋਕਾਂ ਨਾਲ ਠੱਗੀ ਹੋਈ ਹੈ। ਕੈਨੇਡਾ ਦੇ ਨਾਮ 'ਤੇ ਲੋਕਾਂ ਨਾਲ ਠੱਗੀ ਕੀਤੀ ਗਈ ਹੈ, ਵਾਅਦੇ ਕਰਕੇ ਪੈਸੇ ਲੈ ਕੇ ਕੰਮ ਨਹੀਂ ਕਰਾਇਆ ਗਿਆ। ਸੋ ਇਸ ਸਮੇਂ ਤਸਵੀਰਾਂ ਦੇਖ ਸਕਦੇ ਕਿ ਜਿਹੜੇ ਜਿਨ੍ਹਾਂ ਦੇ ਪੈਸੇ ਠੱਗੇ ਗਏ ਨੇ ਉਸ ਮੌਕੇ 'ਤੇ ਅਵੇਲੇਬਲ ਨੇ। ਸੋ ਲੋਕਾਂ ਵੱਲੋਂ ਲਗਾਤਾਰ ਜਿਹੜੀ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਉਸ ਸਮੇਂ ਦੇਖ ਸਕਦੇ ਹੋ ਵੱਡੀ ਲਗਾਤਾਰ ਮੌਕੇ 'ਤੇ ਤੁਹਾਨੂੰ ਦੱਸ ਦਈਏ ਕਿ ਅਵੇਲੇਬਲ ਨੇ। ਸੋ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ। ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਆਜ ਪਲੱਸ ਦੀਆਂ। ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਫੁੱਟਬਾਲ ਚੌਂਕ ਦਾ ਜਿਹੜਾ ਇਹ ਸਾਰਾ ਮਾਮਲਾ, ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਜੀਨੀਅਸ ਨਾਮ ਦਾ ਜਿਹੜਾ ਆਫਿਸ ਹੈ, ਜਿੱਥੇ ਕਿ ਇੱਕ ਏਜੰਟ ਹੈ ਜੋ ਕਿ ਲੱਖਾਂ ਰੁਪਇਆਂ ਦੀ ਠੱਗੀ ਕਰਦੇ ਲੋਕਾਂ ਤੋਂ ਜਿਹੜੇ ਵਾਅਦੇ ਕੀਤੇ ਗਏ, ਕੈਨੇਡਾ ਦਾ ਵੀਜ਼ਾ ਲਵਾਉਣ ਦੇ, ਆਸਟ੍ਰੇਲੀਆ ਦਾ ਵੀਜ਼ਾ ਲਵਾਉਣ ਦੇ ਪੈਸੇ ਖਾ ਲਿੱਤੇ ਗਏ। ਉਸ ਤੋਂ ਬਾਅਦ ਨਾ ਤਾਂ ਵੀਜ਼ਾ ਲਗਾਇਆ ਗਿਆ। ਇਸ ਸੰਬੰਧ ਦੇ ਵਿੱਚ ਜਦੋਂ ਲੋਕਾਂ ਨੇ ਪੁਲਿਸ ਕੰਪਲੇਂਟ ਕੀਤੀ, ਮੀਡੀਆ ਪ੍ਰਸ਼ਾਸਨ ਆਇਆ ਤਾਂ ਜਿਹੜਾ ਮਾਲਕ ਸੀਗਾ ਉਹ ਉੱਥੋਂ ਦੌੜ ਗਿਆ, ਰਫੂ ਚੱਕਰ ਹੋ ਗਿਆ। ਸੋ ਦੇਖ ਸਕਦੇ ਹੋ ਇਸ ਸਮੇਂ ਤਸਵੀਰਾਂ ਜਿਹੜੀਆਂ ਨੇ ਮੌਕੇ ਦੀਆਂ ਜਲੰਧਰ ਟਾਈਮਸ ਟੀਵੀ ਦੇ ਉੱਪਰ ਇੱਕ ਏਜੰਟ ਵੱਲੋਂ ਧੋਖਾਧੜੀ ਦਾ ਮਾਮਲਾ ਜਿਹੜਾ ਹੈ ਸਾਹਮਣੇ ਆ ਰਿਹਾ ਹੈ। ਸੋ ਲੋਕਾਂ ਦੇ ਵਿੱਚ ਲਗਾਤਾਰ ਰੋਸ ਮੈਡਮਾਂ ਜਿਹੜੀਆਂ ਇੱਥੇ ਬੱਸ ਆ ਕੇ ਰੁਕ ਚੱਕਰ ਹੋ ਗਈਆਂ। ਬਾਹਰ ਨਹੀਂ ਕਰਦੇ
ਲਾਇਸੈਂਸ ਲੈਣ ਲਈ ਡੀਸੀ ਦਫ਼ਤਰ ਦੇ ਵਿੱਚ ਜ਼ਰੂਰ ਕਨਫਰਮ ਕਰਨਾ ਪੈਂਦਾ, ਪਰ ਲਗਾਤਾਰ ਜਿਹੜੇ ਜਲੰਧਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ 2 ਨੰਬਰ ਦੇ ਆਫਿਸ ਖੋਲ੍ਹ ਰਹੇ ਆ, ਉੱਥੇ ਕਿਤੇ ਨਾ ਕਿਤੇ ਜਿਹੜੀ ਪੁਲਿਸ ਵੀ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ 2 ਨੰਬਰ ਵਾਲੇ ਆਫਿਸ ਖੋਲ੍ਹ ਰਹੇ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਇਸ ਚੀਜ਼ ਦੀ ਸੂਚਨਾ ਨਹੀਂ ਜਾਂ ਮੋਟੀ ਰਕਮ ਦੀ ਸੈਟਿੰਗ ਕਰਕੇ ਜਿਹੜੀ ਆਪਸ ਦੇ ਵਿੱਚ ਜਿਹੜੀ ਗੱਲਬਾਤ ਦਬਾ ਦਿੱਤੀ ਜਾਂਦੀ ਹੈ ਤੇ ਖਤਮ ਕਰ ਦਿੱਤੀ ਜਾਂਦੀ ਹੈ। 2 ਮਿੰਟ ਹੀ ਨਹੀਂ ਹੁੰਦੇ। ਓਕੇ ਮੈਮ, ਜਿਹੜੇ ਸਰ ਆ ਰਹੇ ਆ ਕੀ ਨਾਮ ਕੀ ਹੈ ਜੀ ਉਹਨਾਂ ਦਾ? ਨਾਮ ਗੱਲ ਦੱਸੋ ਨਾ ਕਿਹੜੇ ਸਾਰੇ ਆ। ਕੀ ਨਾਮ ਹੈ ਜੀ ਉਹਨਾਂ ਦਾ? ਅਮਿਤ ਸਰ ਆ। ਤੇ ਮੈਮ ਤੁਹਾਡਾ ਕੀ ਨਾਮ ਹੈ? ਮੈਮ ਤੁਸੀਂ ਇੱਥੇ ਜੌਬ ਕਰਦੇ ਹੋ ਪੂਜਾ ਜੀ, ਤੇ ਠੱਗੀ ਦੇ ਵਿੱਚ ਤੁਹਾਡੇ ਵੀ ਹਿੱਸੇ ਹੁੰਦੇ ਆ ਨਾਲ? ਕਿੰਨੀ ਸੈਲਰੀ 'ਤੇ ਲੱਗੇ ਹੋ ਤੁਸੀਂ? 10,000। ਹਾਂਜੀ 10,000। 10,000 ਤੁਹਾਡੀ ਸੈਲਰੀ ਹੈ, ਤੇ ਤੁਹਾਡਾ ਕੀ ਇਹ ਵੀ ਕੰਮ ਹੁੰਦਾ ਇਹਦੇ ਵਿੱਚ? ਤੇ 3 ਮਹੀਨੇ ਦੇ ਵਿੱਚ ਮੈਮ ਤੁਹਾਨੂੰ ਪਤਾ ਨਹੀਂ ਲੱਗਾ ਕਿ ਇਹ ਠੱਗ ਹੈਗੇ ਆ? ਤੁਹਾਡਾ ਸਿਰਫ ਮੈਮ ਤੁਹਾਡਾ ਸਿਰਫ ਇੰਨਾ ਹੀ ਕੰਮ ਆ ਜਾਂ ਤੁਹਾਡਾ ਇਹ ਵੀ ਕੰਮ ਆ ਕਿ ਤੁਸੀਂ ਕਸਟਮਰ ਫੜ ਕੇ ਲਿਆਉਣੇ ਆ ਤੇ ਵਿੱਚੋਂ ਤੁਹਾਡੀ ਕਮਿਸ਼ਨ ਹੁੰਦੀ ਹੈ ਠੱਗ ਦੇ ਵਿੱਚ? ਤੁਸੀਂ ਬਾਰ-ਬਾਰ ਕਾਲ ਕਰ ਰਹੇ ਸੀ ਕਿਸੇ ਨੂੰ, ਇੱਥੇ ਬੁਲਾ ਰਹੇ ਸੀਗੇ, ਉਹਨਾਂ ਵੱਲੋਂ ਕਿਉਂ ਨਹੀਂ ਆਇਆ ਜਾ ਰਿਹਾ ਤੇ ਕਿਹਨਾਂ ਨੂੰ ਕਾਲ ਕਰ ਰਹੇ ਸੀ? ਹਾਂਜੀ ਕਦੀ ਆਉਂਦੇ ਨੇ ਕਿ ਇੱਥੇ ਬੱਚੇ ਹੁੰਦੇ ਨੇ। ਸੇ ਪੇਮੈਂਟ ਰਹਿਣੀ ਆਉਂਦੇ ਆ, ਤੇ ਕਿੰਨੇ ਹਿੱਸੇ ਹੁੰਦੇ ਆ ਜੀ ਉਹਨਾਂ ਦੇ? ਤੇ ਜੇ ਮੈਮ ਆਪਾਂ ਗੱਲ ਕਰੀਏ ਕਿ ਜਿਹੜੇ ਏਜੰਟ ਦੇ ਜਿਹੜੇ ਦਫ਼ਤਰ ਖੋਲ੍ਹਦੇ ਆ, ਉਹਦੇ ਵਿੱਚ ਡੀਸੀ ਦਫ਼ਤਰ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਕਿ ਲਾਇਸੈਂਸ ਲੈਣਾ ਪੈਂਦਾ, ਤੁਹਾਡੇ ਕੋਲ ਲਾਇਸੈਂਸ ਹੈਗਾ ਆ? ਤੁਸੀਂ ਤਾਂ ਜੌਬ ਕਰਨ ਤੋਂ ਪਹਿਲਾਂ ਇਹ ਚੀਜ਼ ਕਨਫਰਮ ਨਹੀਂ ਕੀਤੀ ਕਿ ਇੱਥੇ ਲਾਇਸੈਂਸ ਹੈਗਾ ਕਿ ਜਾਂ ਮੈਮ ਤੁਹਾਡੀ ਪੁਲਿਸ ਪ੍ਰਸ਼ਾਸਨ ਦੇ ਵਿੱਚ ਸੈਟਿੰਗ ਹੈਗੀ ਹੈ ਕਿ ਜਿਹੜੇ ਇਦਾਂ ਦੇ ਕੇਸ ਆਉਂਦੇ ਤੁਸੀਂ ਦਬਾ ਲੈਂਦੇ ਹੋ? ਜੇ ਗੱਲ ਕਰੀਏ ਮੈਮ ਪਹਿਲੇ ਵੀ ਜੇ ਗੱਲ ਕਰੀਏ ਪਹਿਲੇ ਵੀ ਇਸ ਤਰ੍ਹਾਂ ਦੇ ਕੇਸ ਤੁਹਾਡੇ ਆਫਿਸ ਦੇ ਵਿੱਚ ਆ ਚੁੱਕੇ ਆ? ਪਹਿਲੇ ਵੀ ਮੈਮ 3 ਮਹੀਨੇ ਤੁਸੀਂ ਕਹਿ ਰਹੇ ਹੋ ਮੈਨੂੰ ਜੌਬ ਕਰਦੇ ਹੋਗੇ, 1 ਮਹੀਨੇ ਪਹਿਲੇ ਵੀ ਇਸ ਤਰ੍ਹਾਂ ਦੇ ਕੇਸ ਆਏ ਸੀਗੇ, ਕੀ ਕਹਿਣਾ ਤੁਹਾਡਾ ਇਸ ਬਾਰੇ? ਮੈਮ ਜੇ ਗੱਲ ਕਰੀਏ ਤੁਹਾਨੂੰ 3 ਮਹੀਨੇ ਤੇ ਜੌਬ ਕਰਦੇ ਨੂੰ ਹੋ ਗਏ ਨਾ, ਤੇ 1 ਮਹੀਨੇ ਪਹਿਲੇ ਵੀ ਇਸ ਤਰ੍ਹਾਂ ਦਾ ਕੇਸ ਆਇਆ ਸੀ ਠੱਗੀ ਦਾ, ਇਸ ਬਾਰੇ ਕੀ ਕਹਿਣਾ ਤੁਹਾਡਾ? ਓਕੇ ਮੈਮ, ਕਿੰਨੇ ਪਾਰਟਨਰ ਆ ਤੁਹਾਡੇ ਆਫਿਸ ਦੇ? ਤੁਸੀਂ ਜਿਨ੍ਹਾਂ ਤੋਂ ਸੈਲਰੀ ਲੈਂਦੇ ਹੋ ਉਹਨਾਂ ਦਾ ਕੀ ਨਾਮ ਹੈ? ਮੈਮ ਤੁਸੀਂ ਜਿਨ੍ਹਾਂ ਤੋਂ ਸੈਲਰੀ ਲੈਂਦੇ ਹੋ ਕੀ ਨਾਮ ਹੈ ਜੀ ਉਹਨਾਂ ਦਾ? ਹਾਂਜੀ ਸਾਹਿਲ ਤੇ ਅਮਿਤ ਸਰ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ 2 ਠੱਗਾਂ ਦੇ ਨਾਮ ਇਹਦੇ ਵਿੱਚ ਹੁਣ ਆਏ ਹੈਗੇ ਆ, ਇੱਕ ਸਾਹਿਲ ਤੇ ਇੱਕ ਅਮਿਤ ਸਰ। ਇਹ ਤਾਂ ਭਰਾਵਾ ਯਾਰ ਫੋਟੋ ਘੰਟਾ ਤਾਂ ਹੋ ਗਿਆ ਤੇ ਰੌਲਾ ਪੈਂਦੇ ਨੂੰ। 2 ਮਿੰਟ ਕਰਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਵੇਟ ਕਰਦਿਆਂ ਨੂੰ? ਅੱਧਾ ਪੌਣਾ ਘੰਟਾ ਅਸੀਂ ਧੁੱਪ ਦੇ ਵੱਟ ਪਿੱਛੇ ਖੜ ਗਏ ਆਏ। ਤੁਹਾਡੇ ਕਿੰਨੇ ਪੈਸੇ ਫਸੇ ਗਏ? ਸਾਡੇ ਭਾਜੀ ਦੇ 1,35,000 ਆ। ਤੇ ਕਿੰਨਾ ਸਮੇਂ ਹੋ ਗਿਆ ਪੈਸੇ ਦਿੱਤੇ ਨੂੰ ਤੁਹਾਨੂੰ? ਸਰ 3 ਮਹੀਨੇ ਹੋ ਗਏ ਆ।
ਇੰਨੇ ਟਾਈਮ ਹੋ ਗਿਆ 3 ਮਹੀਨੇ ਤੁਹਾਡਾ ਦਫ਼ਤਰ ਬੰਦ ਹੋਇਆ ਨਾ ਮੈਡਮ ਜੋ ਤੁਹਾਡਾ ਹੈਗਾ ਆ ਦੁੱਖ ਤੁਸੀਂ ਕੈਮਰੇ ਤੇ ਦੱਸ ਸਕਦੇ ਹੋ। ਮੈਡਮ ਇੱਧਰ ਗੱਲ ਕਰੋ। ਮੈਂ ਨਹੀਂ ਤੂੰ ਸੱਚੀ ਤੂੰ ਉੱਧਰ ਮੂੰਹ ਕਰ ਮੀਡੀਆ ਵੱਲ ਨੂੰ ਮੂੰਹ ਕਰ ਦੇ ਪਰੇ ਨੂੰ ਕਰ ਦੀ ਤੂੰ ਕਰ ਰਹੀ ਆ ਆਪਣੀ ਨਾਲ ਕਰ ਰਹੀ ਆ ਤੁਸੀਂ ਫੋਨ ਸਪੀਕਰ ਤੇ ਕਰ ਦੋ ਮੈਡਮ ਫੋਨ ਸਪੀਕਰ ਤੇ ਕਰੋ। ਮੇਰੀ ਆਪਣਾ ਪਰਸਨਲ ਗੱਲ ਹੈ, ਮੈਂ ਫੋਨ ਨਹੀਂ ਸਪੀਕਰ ਤੇ ਕਰਦੀ। ਤੁਸੀਂ ਕਿਹਾ ਕਿ ਤੁਹਾਨੂੰ ਟਾਈਮ ਤੇ ਸੈਲਰੀ ਨਹੀਂ ਮਿਲੀ, ਕਿਹਨਾਂ ਦੇ ਨਾਲ ਗੱਲ ਕਰ ਰਹੇ ਤੁਸੀਂ? ਮੈਂ ਜਿਹੜੇ ਪੈਸੇ ਤੁਸੀਂ ਹੁਣ ਲਏ ਆ ਵਾਪਸ ਦਿਓਗੇ ਸਾਨੂੰ ਹੁਣੀ ਪੈਸੇ ਪਕੜਾਏ ਆ ਪੈਸੇ ਦੇ ਦਿਓ ਵਾਪਸ ਆਉਣ ਵਾਲੇ ਦਾ ਕੋਲ ਹੀ ਆ ਤੁਸੀਂ ਦੇਖ ਸਕਦੇ ਹੋ ਮੁੰਡੇ ਕੀ ਕੁੜੀਆਂ ਵੀ ਹੁਣ ਠੱਗੀ ਦੇ ਵਿੱਚ ਜਿਹੜੀਆਂ ਸ਼ਾਮਿਲ ਹੋ ਰਹੀਆਂ ਵਾ। ਜਿਹੜੇ ਏਜੰਟ ਹੈ ਲਗਾਤਾਰ ਕੁੜੀਆਂ ਮੁੰਡੇ ਰੱਖ ਕੇ ਲਗਾਤਾਰ ਜਿਹੜੀ ਠੱਗੀ ਆਉਂਦਾ ਸਹੀ ਹੁੰਦੀ ਆ 1 ਲੱਖ 31,000 ਰੁਪਇਆ ਮੇਰਾ ਹੁੰਦੀ ਆ ਇਹਨਾਂ ਦੇ ਕੋਲ ਆ ਇਹਨਾਂ ਦੇ ਕੋਲ 1,31,000 31,000 ਰੁਪਇਆ ਹੈ ਕਿੰਨੇ ਬੰਦੇ ਆਏ ਜੀ ਕਿੰਨੇ ਬੰਦੇ ਟੋਟਲ ਆ ਜੀ ਜਿਹੜੇ ਆਏ ਸਾਡੇ ਕੋਲ ਕਿੰਨੇ ਬੰਦੇ ਤੁਸੀਂ ਆਏ ਟੋਟਲ ਤੇ ਘੱਟੋ ਘੱਟ 100 ਬੰਦਾ ਹੈਗਾ ਹੀ ਆ ਨਾਲ ਕਿਹੜੀ ਜਗ੍ਹਾ ਭੇਜਣਾ ਸਾਨੂੰ ਕੈਨੇਡਾ ਭੇਜਣ ਦੇ ਬਾਰੇ ਮੁੰਡੇ ਆਏ ਨੇ ਕਿਹਾ ਸੀਗਾ ਕਿੰਨੇ ਪੈਸੇ ਚੜੀ ਹੋਏ 4,80,000 ਦੇ ਵਿੱਚ 4,80,000 ਕੈਨੇਡਾ ਵਿੱਚ ਮਗਰ ਜਿਹੜਾ ਹੁੰਦੀ ਆ ਮੈਂ ਨਾ ਮੇਰਾ ਪਾਸਪੋਰਟ ਵੀ ਜਿਹੜਾ ਉਹ ਦੁਬਈ ਦਾ ਆ ਹਾਂਜੀ ਕਿਹੜੀ ਜਗ੍ਹਾ ਤੇ ਦੁਬਈ ਦਾ ਮੇਰਾ ਪਾਸਪੋਰਟ ਆ ਜਿਹੜਾ ਇਹਨਾਂ ਨੂੰ ਮੈਂ ਜਿੱਦਾਂ ਹੁੰਦੀ ਆ ਮੇਰਾ ਉੱਧਰ ਹੀ ਪਾਸਪੋਰਟ ਬਣਿਆ ਸੀਗਾ ਮੈਨੂੰ 17 ਸਾਲ ਮੈਂ ਉੱਧਰ ਲਾਈ ਸੀ ਦੁਬਈ 'ਚ ਇੱਥੇ ਆ ਕੇ ਨਾ ਇਹ ਕਹਿੰਦੇ ਤੁਹਾਡਾ ਐਕਸਪੀਰੀਅੰਸ ਵਧੀਆ ਆ ਤੇ ਤੁਹਾਡਾ ਪਾਸਪੋਰਟ ਲਾ ਲਿਆ ਤੁਹਾਡਾ ਹੁੰਦੀ ਆ ਆਜੂਗਾ ਆਫਰ ਲੈਟਰ ਦੇ ਤਾਂ ਆਫਰ ਲੈਟਰ ਤੋਂ ਬਾਅਦ ਹੁੰਦੀ ਆ ਉਹਨਾਂ ਕੋਲ ਉਹਨਾਂ ਜਿਹੜਾ ਆ ਸਾਹਿਲ ਕਈ ਆ ਉਹ ਜਾ ਕੇ ਜਿੰਨੀ ਵਾਰੀ ਅਸੀਂ ਆਏ ਆ ਉਹ ਸਾਹਮਣੇ ਨਹੀਂ ਆਉਂਦਾ ਇਹ ਕਹਿੰਦੇ ਹੁੰਦੀ ਆ ਕਦੀ ਕਹਿੰਦੇ ਮੀਟਿੰਗ ਦੇ ਵਿੱਚ ਆ ਕਦੀ ਹੁੰਦੀ ਆ ਸਾਨੂੰ ਬਾਈ ਫੇਸ ਨਹੀਂ ਕਦੀ ਮਿਲਦਾ ਤੁਸੀਂ ਪੈਸੇ ਉਹਨਾਂ ਦੇ ਹੱਥ 'ਚ ਰੱਖੇ ਤੇ ਇਹਨਾਂ ਦੇ ਇਹ ਪੂਜਾ ਮੈਮ ਦੇ ਹੱਥ 'ਚ ਇਹ ਪੂਜਾ ਮੈਮ ਆ ਤੁਸੀਂ ਬਾਅਦ ਵਿੱਚ ਜਿੱਦਾਂ ਫੇਸਬੁੱਕ ਤੇ ਅੱਛਾ ਐਡ ਦੇਖ ਕੇ ਆਏ ਬਾਅਦ ਵਿੱਚ ਇਹਨਾਂ ਨੇ ਵੀ ਜੋ ਸੀਰੀਅਸ ਲੈਟਰ ਦਿੱਤਾ ਹਾਂਜੀ ਉਸ ਤੋਂ ਬਾਅਦ ਫਿਰ ਜੋ ਵੀ ਪ੍ਰੋਸੈਸ ਅੱਗੇ ਆ ਕੇ ਇਹਨਾਂ ਨੇ ਫਿਰ ਪੈਸੇ ਲੈਂਦੇ ਰਹੇ ਤੁਸੀਂ ਵੀਜ਼ਾ ਲਗਾਉਣੇ ਸੀ ਤੁਸੀਂ ਪਹਿਲਾਂ ਆਪਣਾ ਕਿਹੜਾ ਲਾਇਸੈਂਸ ਨੰਬਰ ਚੈੱਕ ਕੀਤਾ ਸੀ ਸੋਰੀ ਲਾਇਸੈਂਸ ਨੰਬਰ ਨਹੀਂ ਚੈੱਕ ਕੀਤਾ ਸਰ ਸਾਡੇ ਨਾ ਭਾਜੀ ਆ ਸਾਡੇ ਵੱਡੇ ਭਾਜੀ ਆ ਇਹਨਾਂ ਦੇ ਪੈਸੇ ਲਏ ਇਹਨਾਂ ਨੇ 1,35,000 ਸਰ ਉਹਨਾਂ ਨੇ ਨਾ ਪੈਸੇ ਦੇ ਰਹੇ ਆ ਨਾ ਸਾਨੂੰ ਉਹਨਾਂ ਨੂੰ ਦੱਸ ਰਹੇ ਆ ਕਿ ਵੀਜ਼ਾ ਲੱਗਿਆ ਕਿ ਨਹੀਂ ਸਾਨੂੰ ਵੈਸੇ ਠੱਗੀ ਦੱਸ ਰਹੇ ਆ ਹੁਣ ਕਿੰਨਾ ਟਾਈਮ ਹੋ ਗਿਆ ਭਾਜੀ ਦੱਸਿਓ ਕਿੰਨਾ ਟਾਈਮ ਹੋ ਗਿਆ ਮੈਨੂੰ 3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਸਰ ਸਾਨੂੰ ਜ਼ਿਆਦਾ ਹੋ ਗਿਆ ਟਾਈਮ 2.5 ਮਹੀਨੇ ਹੋ ਗਏ ਆ ਸਾਨੂੰ ਇਹ ਦੱਸ ਨਹੀਂ ਰਹੇ ਹੈਗੇ ਹੁਣ ਵੀ ਅਸੀਂ ਇਹਨਾਂ ਨੂੰ ਸਵੇਰ ਦੇ ਆ ਕੇ ਕਹਿ ਰਹੇ ਹਾਂ ਹੁਣ ਵੀ ਇਹ ਦਰਵਾਜ਼ਾ ਲਾ ਕੇ ਬੈਠੇ ਸੀ ਜਦੋਂ ਅਸੀਂ ਦਰਵਾਜ਼ਾ ਓਪਨ ਕੀਤਾ ਤੇ ਦਰਵਾਜ਼ੇ ਦੇ ਪਿਛਲੇ ਪਾਸੇ ਸੀਲ ਲੁਕੀ ਹੋਈ ਅਸੀਂ ਇਹਨਾਂ ਨੂੰ ਕਿਹਾ ਸਾਹਮਣੇ ਆਓ ਤੇ ਸਾਹਮਣੇ ਨਹੀਂ ਆਏ ਤੇ ਅੰਦਰ ਕੁੰਡੀ ਲਾ ਕੇ ਬੈਠ ਗਏ ਇਹਨਾਂ ਦਾ ਹੁਣ ਪੈਸੇ ਮੋੜਨ ਵਿੱਚ ਕੀ ਕਹਿਣਾ ਹੈ ਕੁਛ ਵੀ ਨਹੀਂ ਕਹਿ ਰਹੇ ਸਾਡੇ ਸਾਰ ਆ ਰਹੇ ਹਨ ਕੋਈ ਵੀ ਨਹੀਂ ਆ ਰਿਹਾ ਅਸੀਂ ਸਵੇਰ ਦੇ ਆ ਕੇ ਬੈਠੇ ਹਾਂ ਨਾ ਕੋਈ ਇਹਨਾਂ ਦਾ ਸਾਰ ਆ ਰਿਹਾ ਨਾ ਕੋਈ ਮੋਰੇ ਹੋਣਾ ਆ ਰਿਹਾ ਸਰ ਦਾ ਨਾਮ ਸਰ ਮੈਨੂੰ ਸਰ ਦਾ ਨਾਮ ਨਹੀਂ ਪਤਾ ਅਸੀਂ ਤਾਂ ਭਾਜੀ ਦੇ ਨਾਲ ਹੀ ਆਏ ਹਾਂ ਸਵੇਰ ਦੇ ਆਏ ਹੋਏ ਆ ਸਵੇਰ ਦੇ 11 ਵਜੇ ਦੇ ਆਏ ਹੋਏ ਆ ਨਾ ਸਵੇਰ ਦੇ ਕਹਿ ਰਹੇ ਕਿ ਹੁਣ ਆ ਰਿਹਾ ਕੋਈ ਨਹੀਂ ਆ ਰਿਹਾ ਇਹਨਾਂ ਦਾ ਹੁਣ ਵੀ ਫੋਨ ਤੇ ਲੱਗਿਆ ਅਸੀਂ ਕਿਹਾ ਵੀ ਸਾਡੇ ਨਾਲ ਗੱਲ ਕਰਾ ਦੇ ਕੋਈ ਨਹੀਂ ਗੱਲ ਕਰਾ ਰਿਹਾ
ਲੈ ਜਾਓ ਤੇ 40 ਜਿਹੜਾ ਲਿਆ ਵਾ ਇਹ ਸਾਡੇ ਤੋਂ ਪਹਿਲੇ ਆਏ ਜੀ ਇਹਨਾਂ ਦਾ ਆਣਾ ਨਹੀਂ ਇਹਨਾਂ ਨੇ ਪਾਏ ਇਹਨਾਂ ਨੇ ਪਾਏ ਸਾਡੇ ਨਾਲ 7,000 ਦਾ ਸਾਡਾ ਨਹੀਂ ਜ਼ਿਆਦਾ ਗੈਪ ਜਾ ਜਾਣੇ ਉਹ ਦੂਜੇ ਨੂੰ ਦਾ 6,000 ਦਾ ਸਾਡਾ ਵੱਖਰਾ 6,000 ਦਾ ਹੈਗਾ ਤਾਂ ਆਪਾਂ ਉਹਨਾਂ ਦਾ ਕੋਈ ਮਤਲਬ ਗੋਲੀਆਂ ਮੱਛੀ ਕਰੋ ਜੀ ਜਦ ਕਿ ਇਹਦੇ ਵਿੱਚ ਕੀ ਆ ਕੁਝ ਵੀਡੀਓ ਦੇ ਵਿੱਚ ਆ ਇੰਡੀਆ ਨੰਬਰ ਦਿੱਤਾ ਹੈ ਵਹਾਂ ਪਰ ਤੁਸੀਂ ਆਪਣੇ ਬੈਂਡ ਦੇ ਵਿੱਚ ਕਿੰਨੇ ਬੰਦੇ ਆ ਤੁਸੀਂ ਇਹ ਦੇਖ ਸਕਦੇ ਹੋ ਅਗਰ ਇਹਦੇ ਵਿੱਚ ਬਹੁਤ ਜਦੋਂ ਚੈੱਕ ਕਰਦੇ ਤਾਂ ਤੁਸੀਂ ਇਹਦੇ ਵਿੱਚ ਵੇਸ਼ ਥੱਲੇ ਆਇਆ ਉੱਥੇ ਇਹਦਾ ਆਪਣਾ ਹੀ ਮੇਨ ਆ ਇਹ ਕੋਈ ਸਰ ਨਹੀਂ ਹੈਗਾ ਜੇ ਕੋਈ ਸਰ ਹੋਵੇ ਤਾਂ 2 ਮਿੰਟ ਦੇ ਵਿੱਚ ਆਵੇ ਨਾ 2 ਮਿੰਟ ਕਿੰਨੇ ਟਾਈਮ ਦੀ ਕਹੀ ਜਾਂਦੀ 2 ਮਿੰਟ ਸਾਰਿਆਂ ਨੂੰ ਪਤਾ ਹੀ ਨਹੀਂ ਹੁਣ ਇੱਥੇ ਕਿਤਾਬਾਂ ਜਾ ਫਿਰ ਉਹ ਇਕੱਠੀ ਹੈ ਸਾਰੇ ਕਿ ਮੇਰਾ ਸਟਾਫ ਕਰਦਾ ਹੈ ਮੈਂ ਜਾ ਕੇ ਦੇਖਾਂ ਜੇ ਕੋਈ ਹੋਵੇ ਤਾਂ ਆਵੇ ਨਾ ਪੁਲਿਸ ਅੱਧਾ ਘੰਟਾ ਹੋਇਆ ਦਿੱਤੇ ਆ ਕਿੰਨੇ ਮਾਰੇ ਸਾਡੇ ਯਾਰ ਅੱਛਾ ਇੱਧਰ ਮੈਡਮ ਤੁਹਾਡਾ ਹੀ ਕਹਿਣਾ ਭਾਈ ਕਿਹੜੀ ਮੈਡਮ ਨੇ ਮਾਰਿਆ ਸਾਡੇ ਯਾਰ ਤੁਹਾਡੇ ਕਿਹੜੀ ਵਾਲੀ ਨੇ ਤੁਸੀਂ ਮੈਨੂੰ ਦੇਖਿਆ ਸਰ ਕਸਮ ਵਾਲੀ ਗੱਲ ਹੈ ਸਰ ਮੈਂ ਅੱਜ ਤੱਕ ਕਦੀ ਲੁਧਿਆਣਾ ਨਹੀਂ ਕ੍ਰਾਸ ਕੀਤਾ ਤੁਸੀਂ ਚੰਡੀਗੜ੍ਹ ਦੀ ਗੱਲ ਕਰ ਰਹੇ ਹੋ ਬਿਨਾਂ ਨਿਆਜ਼ ਨਾ ਨਾਮ ਲਗਾਓ ਕਿਸੇ ਦਾ ਵੀ ਹਾਂ ਬਿਲਕੁਲ ਮੈਂ ਸਵੇਰੇ ਵੀ ਇਹ ਗੱਲ ਕਹਿ ਰਹੀ ਮੈਂ ਹੁਣ ਵੀ ਇਹ ਚੀਜ਼ ਕਹਿ ਰਹੀ ਹਾਂ ਤੁਸੀਂ ਕੀ ਜੋਬ ਕਰਦੇ ਹੋ ਸਰ ਕਾਲਿੰਗ ਦੀ ਆ ਕਾਲਿੰਗ ਦੀ ਜੋਬ ਕਰਦੇ ਹੋ ਜਿਹੜੇ ਇਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਕਹਿ ਰਹੀ ਚੰਡੀਗੜ੍ਹ ਹੈ ਸਰ ਸਾਡੀ ਫੈਮਿਲੀ ਨੇ ਅੱਜ ਕਦੀ ਲੁਧਿਆਣਾ ਨਹੀਂ ਕ੍ਰਾਸ ਕਰਨ ਤਾਂ ਲੁਧਿਆਣਾ ਨਹੀਂ ਮੈਂ ਦੇਖਿਆ ਚੰਡੀਗੜ੍ਹ ਤਾਂ ਬਹੁਤ ਦੂਰ ਦੀ ਗੱਲ ਆ ਦੇਖੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੇਖ ਸਕਦੇ ਹੋ ਕਿ ਇਸ ਸੋ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਾਸਪੋਰਟ ਨੇ ਇੱਥੇ ਦੇਖਣ ਨੂੰ ਮਿਲ ਰਹੇ ਨੇ ਔਰ ਲੱਗਦਾ ਹੈ ਕਿ ਮਤਲਬ ਕਾਫੀ ਲੋਕਾਂ ਦੇ ਨਾਲ ਠੱਗੀ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ। ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਪਾਸਪੋਰਟ ਇੱਥੇ ਮਿਲੇ ਨੇ ਮਤਲਬ ਵੱਡੀ ਗਿਣਤੀ ਦੇ ਵਿੱਚ ਇਹ ਜਿਹੜਾ ਠੱਗੀ ਦਾ ਕਾਰੋਬਾਰ ਚੱਲ ਰਿਹਾ ਸੀ ਜੀਨੀਅਸ ਕੰਸਲਟੈਂਸੀ ਵੱਲੋਂ। ਇਹ ਜਲੰਧਰ ਟਾਈਮਸ ਟੀਵੀ ਤੇ ਲਾਈਵ ਤਸਵੀਰਾਂ ਇਸ ਸਮੇਂ ਜਲੰਧਰ ਦੇ ਫੁੱਟਬਾਲ ਚੌਂਕ ਤੋਂ ਜਿੱਥੇ ਕਿ ਲੱਖਾਂ ਦੇ ਕਰੋੜਾਂ ਦੀ ਠੱਗੀ ਦਾ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਹੈ। ਸੋ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪਾਸਪੋਰਟ ਜਿਹੜੇ ਤੁਹਾਨੂੰ ਦੱਸ ਦਈਏ ਇੱਥੇ ਮਿਲੇ ਨੇ। ਲਗਭਗ ਤੁਹਾਨੂੰ ਦੱਸ ਦਈਏ ਘੱਟੋ ਘੱਟ 100 ਦੇ ਕਰੀਬ ਜਿਹੜੇ ਪਾਸਪੋਰਟ ਨੇ ਇਸ ਸਮੇਂ ਲੱਗ ਰਹੇ ਨੇ ਕਿ 100 ਦੇ ਕਰੀਬ ਪਾਸਪੋਰਟ ਜਿਹੜੇ ਨੇ। ਔਰ ਤੁਹਾਨੂੰ ਦੱਸ ਦਈਏ ਕਿ ਨਾਲ ਦੇ ਨਾਲ ਜਿਹੜੀਆਂ ਬਾਕੀ ਲੈਟਰਾਂ ਵਗੈਰਾ ਵੀ ਨੇ ਉਹ ਵੀ ਦੇਖਣ ਨੂੰ ਮਿਲ ਰਹੀਆਂ ਨੇ। ਔਰ ਦੱਸੀ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਠੱਗੀ ਦਾ ਕਾਰੋਬਾਰ ਜਿਹੜਾ ਹੈ ਚੱਲ ਰਿਹਾ ਸੀ ਔਰ ਭੋਲੇ ਭਾਲੇ ਲੋਕਾਂ ਦੇ ਨਾਲ ਇਹ ਠੱਗੀ ਜਿਹੜੀ ਕੀਤੀ ਜਾ ਰਹੀ ਸੀ। ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਕਾਫੀ ਮਾਤਰਾ ਜਿਹੜੇ ਪਾਸਪੋਰਟ ਪਏ ਆ ਤਾਂ ਸਾਫ਼ ਜ਼ਾਹਿਰ ਹੋ ਰਿਹਾ ਕਿ ਕਾਫੀ ਤਰ੍ਹਾਂ ਦੀ ਜਿਹੜੀ ਠੱਗੀ ਇੱਥੇ ਕੀਤੀ ਗਈ ਹੈ ਜਿਨ੍ਹਾਂ ਲੋਕਾਂ ਦੇ ਪਾਸਪੋਰਟ ਪਏ ਆ। ਤੁਹਾਨੂੰ ਦੱਸ ਦਈਏ ਕਿ ਦਫ਼ਤਰ ਦੀ ਜੇ ਤਲਾਸ਼ੀ ਕੀਤੀ ਜਾਵੇ ਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਪਾਸਪੋਰਟ ਦੇ ਪੈਕੇਟ ਹੈ ਜਿਹੜੇ ਬਰਾਮਦ ਹੋ ਸਕਦੇ ਆ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਜਿਹੜੇ ਠੱਗ ਏਜੰਟ ਹੈ ਕਾਫੀ ਭਾਰੀ ਮਾਤਰਾ ਦੇ ਜਿਹੜੇ ਪਾਸਪੋਰਟ ਹੈ ਉਹ ਬਰਾਮਦ ਹੋਏ। ਸੋ ਲਗਾਤਾਰ ਤਸਵੀਰਾਂ ਇਸ ਸਮੇਂ ਤੁਸੀਂ ਦੇਖ ਰਹੇ ਹੋ ਜਲੰਧਰ ਟਾਈਮਸ ਟੀਵੀ ਤੇ, ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਨਾਲ ਠੱਗੀ। ਔਰ ਦੱਸ ਦਈਏ ਪੁਲਿਸ ਮੁਲਾਜ਼ਮ ਵੀ ਮੌਕੇ ਦੇ ਉੱਪਰ ਪਹੁੰਚ ਚੁੱਕੇ ਨੇ। ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਇਸ ਸਮੇਂ ਦੀਆਂ। ਸੋ ਪੁਲਿਸ ਜਿਹੜੀ ਹੈ ਉਹ ਪਹੁੰਚ ਗਈ ਹੈ ਇਸ ਸਮੇਂ ਮੌਕੇ ਦੇ ਉੱਪਰ। ਸੋ ਮੌਕੇ ਦੇ ਉੱਪਰ ਕੋਸ਼ਿਸ਼ ਕੀਤੀ ਜਾਏਗੀ ਇਸ ਕੰਮ ਨੂੰ। ਜੋ ਪੁਲਿਸ ਮੁਲਾਜ਼ਮ ਜਿਹੜੇ ਨੇ ਆ ਗਏ ਨੇ
ਤਸਵੀਰਾਂ ਤੁਹਾਨੂੰ ਦੱਸ ਦਈਏ, ਇਸ ਸਮੇਂ ਪੁਲਿਸ ਦੀ ਟੀਮ ਜਿਹੜੀ ਹੈ, ਪੁਲਿਸ ਦੀ ਟੀਮ ਮੌਕੇ 'ਤੇ ਆ ਚੁੱਕੀ ਹੈ ਔਰ ਕੁਝ ਹੀ ਸਮੇਂ ਦੇ ਵਿੱਚ ਉੱਪਰ ਆਫਿਸ ਦੇ ਵਿੱਚ ਆਏਗੀ। ਤੁਹਾਨੂੰ ਦੱਸ ਦਈਏ ਜੀਨੀਅਸ ਕੰਸਲਟੈਂਸੀ ਨਾਮ ਦਾ ਇੱਕ ਆਫਿਸ ਹੈ, ਜਿੱਥੇ ਕਿ ਜੋ ਕਿ ਫੁੱਟਬਾਲ ਚੌਂਕ ਦੇ ਨਜ਼ਦੀਕ ਜਿਹੜਾ ਹੈ, ਤੇ ਜਿੱਥੇ ਕਿ ਕਰੋੜਾਂ ਦੀ ਠੱਗੀ ਦਾ ਮਾਮਲਾ ਜਿਹੜਾ ਹੈ, ਲੋਕਾਂ ਨੂੰ ਠੱਗਣ ਦਾ, ਬਾਹਰ ਭੇਜਣ ਦੇ ਨਾਮ ਤੇ ਠੱਗਣ ਦਾ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਹੈ। ਔਰ ਦੇਖ ਸਕਦੇ ਇਸ ਸਮੇਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਸਮੇਂ ਮੌਕੇ 'ਤੇ ਮੌਜੂਦ ਨੇ। ਜਲੰਧਰ ਟਾਈਮਸ ਟੀਵੀ ਤੇ ਇਹ ਲਾਈਵ ਤਸਵੀਰਾਂ ਜਲੰਧਰ ਦੇ ਫੁੱਟਬਾਲ ਚੌਂਕ ਦੇ ਨਜ਼ਦੀਕ ਤੁਸੀਂ ਦੇਖ ਰਹੇ ਹੋ। ਜੈਨੇਸਿਸ ਕੰਸਲਟੈਂਸੀ ਨਾਮ ਦਾ ਏਜੰਟ ਹੈ ਜਿਹੜਾ ਇੱਥੇ ਠੱਗੀ ਕਰਦਾ ਜੀ, ਜਿਹੜੇ ਓਨਰ ਦਾ ਨਾਮ ਹੈ ਸਾਹਿਲ ਕਈ ਦੱਸਿਆ ਜਾ ਰਿਹਾ ਹੈ। ਸੋ ਮੌਕੇ ਦੇ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਮੌਕੇ ਦੇ ਉੱਪਰ ਪਹੁੰਚ ਚੁੱਕੇ ਨੇ। ਸੋ ਅੱਗੇ ਦੀ ਜਿਹੜੀ ਤਫਤੀਸ਼ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਜਾਏਗੀ ਕਿ ਕੀ ਮਾਮਲਾ ਹੈ ਔਰ ਜਿਹੜਾ ਓਨਰ ਹੈ ਉਹ ਕਿਉਂ ਨਹੀਂ ਇੱਥੇ ਪਹੁੰਚ ਰਿਹਾ। ਲਗਾਤਾਰ ਇਹ ਤਸਵੀਰਾਂ ਜਲੰਧਰ ਟਾਈਮਸ ਟੀਵੀ ਤੇ ਔਰ ਪਾਸਪੋਰਟ ਦੇਖ ਸਕਦੇ ਹੋ, ਵੱਡੀ ਗਿਣਤੀ ਦੇ ਵਿੱਚ ਪਾਸਪੋਰਟ ਇੱਥੇ ਦੇਖਣ ਨੂੰ ਮਿਲੇ ਨੇ। ਸੋ ਹੋਰ ਵੀ ਪਾਸਪੋਰਟ ਜਿਹੜੀ ਮਿਲਣ ਦੀ ਗੱਲ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਸਾਥ ਦੇ ਜਿਹੜੇ ਮੁਲਾਜ਼ਮ ਹੈ ਇਸ ਮੌਕੇ ਤੇ ਪਹੁੰਚ ਚੁੱਕੇ ਆ। ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕਾਰਵਾਈ ਕੀਤੀ ਜਾਂਦੀ ਹੈ। ਲਗਾਤਾਰ ਘੁੰਮ ਕੇ ਦਿਖਾ ਦਿਓ ਪਾਸਪੋਰਟ। ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪਾਸਪੋਰਟ ਤੇ ਹੋਰ ਵੀ ਬਰਾਮਦ ਹੋਇਆ। ਇਹ ਹੈ ਅੱਜ ਕੱਲ੍ਹ ਦੇ ਠੱਗ ਏਜੰਟਾਂ ਦਾ ਕੰਮ, ਠੱਗੀ ਕਰ ਰਹੇ ਨੇ ਲੋਕਾਂ ਦੇ ਨਾਲ। ਜਿੱਥੇ ਕਿ ਲੋਕਡਾਊਨ ਤੋਂ ਬਾਅਦ ਜਿਹੜੀ ਕਾਫੀ ਲੋਕਾਂ ਦੀ ਹਾਲਾਤ ਬੁਰੀ ਹੈ, ਲੋਕ ਬਾਹਰ ਨੂੰ ਭੱਜ ਰਹੇ ਨੇ ਤੇ ਇਹਨਾਂ ਏਜੰਟਾਂ ਨੇ ਬਾਹਰ ਜਿਹੜੇ ਭੇਜ ਰਹੇ ਲੋਕਾਂ ਨੂੰ ਤੰਗ ਕਰਕੇ ਪੈਸੇ ਖਾ ਰਹੇ ਨੇ, ਨਾ ਹੀ ਬਾਹਰ ਭੇਜ ਰਹੇ ਨੇ, ਨਾ ਉਹਨਾਂ ਨੂੰ ਘਰ ਜੋਗਾ ਛੱਡ ਰਹੇ ਨੇ। ਇਹ ਤਸਵੀਰਾਂ ਜਲੰਧਰ ਟਾਈਮਸ ਟੀਵੀ ਤੇ ਤੁਸੀਂ ਦੇਖ ਰਹੇ ਹੋ। ਇਸ ਸਮੇਂ ਕਹਾਵਤ ਦੀ ਜਾ ਰਹੀ ਹੈ, ਇਹ ਉਹ ਕੰਮ ਕਰ ਰਹੇ ਨੇ ਧੋਬੀ ਦਾ ਕੁੱਤਾ, ਨਾ ਘਰ ਦਾ, ਨਾ ਘਾਟ ਦਾ, ਨਾ ਘਰ ਦਾ ਰਹਿਣ ਦੇਣਾ, ਨਾ ਬਾਹਰ ਦਾ ਰਹਿਣ ਦੇਣਾ। ਸੋ ਤਸਵੀਰਾਂ ਇਸ ਸਮੇਂ ਤੁਸੀਂ ਦੇਖ ਰਹੇ ਹੋ। ਜੀਨੀਅਸ ਕੰਸਲਟੈਂਸੀ ਨਾਮ ਦਾ ਆਫਿਸ ਜਿਹੜਾ ਹੈ यार ये गलत इदा फिर कोई होना ਭਾਈ ਮਾੜਾ ਜਿਹਾ ਉਹਨੂੰ ਹੋ ਜਾਓ, ਮਾੜਾ ਭਾਜੀ ਉਹਨੂੰ ਹੋ ਜਾਓ ਮਾੜਾ। ਤੁਹਾਡਾ ਕਿਤੇ ਵੀ ਮੈਡੀਕਲ ਹੋ ਸਕਦਾ, ਦਿੱਲੀ ਹੋ ਸਕਦਾ, ਜਲੰਧਰ ਹੋ ਸਕਦਾ, ਲੁਧਿਆਣੇ ਹੋ ਸਕਦਾ। ਇਹਦਾ ਤਾਂ ਯੋਗਾ ਦਾ ਤਾਂ ਬਹੁਤ ਜਲੰਧਰ ਨੇੜੇ 8000 ਰੁਪਇਆ ਮੈਡੀਕਲ ਦਾ ਦੇ ਇਹ ਤਾਂ ਮਾੜਾ ਜਿਹਾ ਰੁਪਇਆ ਕਰ ਦਿੱਤਾ ਨਹੀਂ ਭਾਈ, ਉਹਦਾ ਮੈਸੇਜ ਪਾਇਆ ਇਹਨਾਂ ਨੇ ਤੇ ਤੁਹਾਡਾ ਮਤਲਬ ਵੀ ਐਮਬੈਸੀ ਨੇ ਤੁਹਾਨੂੰ ਮਤਲਬ ਐਮਬੈਸੀ ਨੇ ਕੱਟੀ ਜੀ ਪੈਸੇ 25000 10 ਦਿਨ ਸਾਰਾ ਗਿਆ ਨਾ। ਐਂ ਕਰੋ ਕੰਪਲੇਨ ਲਿਖੋ ਤੇ ਉਧਰੋਂ ਤੁਹਾਡਾ ਉਹਨਾਂ ਨੇ ਤੁਹਾਡਾ ਲਾਇਰ ਕਰਨਾ ਆ ਤਾਂ ਸਰ ਜਿਹੜੇ ਹੋਰ ਕੋਈ ਬੋਲ ਕਰਨਾ ਜਿਹੜੀ ਹੋਰ ਕਰਾਈ ਤਾਂ ਉਹ ਦੋ ਇਹਨਾਂ ਦੇ ਕੋਲ 45000 ਦਾ ਪਾਸਪੋਰਟ ਤੁਹਾਡਾ ਪਾਸਪੋਰਟ ਆਹ ਦੇਖੋ ਸਰ ਇੱਥੇ ਸਾਡਾ ਮੈਡੀਕਲ ਆ ਦੇਖੋ ਬਾਲਾ ਜੀ ਆਹ ਸਾਡੀ ਇੱਥੇ ਦਾ ਰਸੀਦ ਵਾਲੇ ਜਿਹੜੇ ਪੈਸੇ ਆ ਉਹ ਤਾਂ ਤੁਹਾਨੂੰ ਥਾਣੇ 'ਚ ਹੀ ਮਿਲਨੇ ਆ, ਇਦਾਂ ਥੋੜੀ ਮਿਲਨੇ ਆ ਉਹ। ਰਸੀਦ ਵਾਲੇ ਪੈਸੇ ਤਾਂ ਥਾਣੇ 'ਚ ਹੀ ਮਿਲਨੇ ਆ, ਸਪੁਰਦਾਰੀ ਤੇ ਇਦਾਂ ਥੋੜੋ ਮਿਲ ਜਾਣੇ। ਜਦੋਂ ਰਸੀਦ ਹੀ ਕਟਾ ਲਈ ਫਿਰ ਗੱਲ ਖਤਮ ਹੋ ਗਈ। ਮੀਡੀਆ ਤੋਂ ਬਾਲਾ ਜੀ ਦੇ ਮੈਡੀਕਲ
ਮਾੜਾ ਆਉਂ ਕੋਈ ਉਦੋਂ ਨੂੰ ਇਹਨਾਂ ਨੇ ਹੁਣ ਸਾਨੂੰ 10 ਘੰਟੇ ਹੋਏ ਆ ਥੋੜਾ ਜਿਹਾ ਪੇਮੈਂਟ ਕੀਤੀ ਬਾਅਦ ਚ ਰੌਲਾ ਵਿਆਹ ਦਾ ਪਤਾ ਬਾਅਦ ਚ ਲਗਾ ਪੇਮੈਂਟ ਪਹਿਲਾਂ ਕਾਟੋ ਗਏ ਚਲੋ ਆਪਾਂ ਲਿਖ ਰਹੀ ਕਰਕੇ ਕਰਦੇ ਪਹਿਲੇ ਦੁਕਾਨ ਤੋਂ ਲਿਖਣਾ ਆਪਾਂ ਤਾਂ ਹੀ ਗੱਲ ਕਰਾਂਗੇ ਜਿਹੜੇ ਹੁਣ ਦਿੱਤੇ ਹਨ ਬਰਨ ਤੁਹਾਡੀ ਜੇ ਕਿ ਆ ਸਾਨੂੰ ਉਹ ਪੇਮੈਂਟ ਕੰਪਲੇਂਟ ਤਾਂ ਲਿਖੋ ਯਾਰ ਆਪਾਂ ਵੀ ਉਹ ਵੀ ਦਵਾ ਰਹੇ ਤੁਹਾਨੂੰ ਉਹ ਵੀ ਦਵਾ ਰਹੇ ਕੰਪਲੇਂਟ ਤਾਂ ਲਿਖੋ ਪਹਿਲਾਂ ਲਿਖੋ ਜਲਦੀ ਉਹਦੇ ਨਾਲ ਸਾਨੂੰ 45 ਦੋ ਅਸੀਂ ਬਾਅਦ ਚ ਕੰਪਲੇਂਟ ਦੇਣੀ ਹੈ ਫਿਰ ਜੇ ਆਪਣੇ ਸਾਰੇ ਕਰ ਦਿੰਦੇ ਕੋਈ ਚੱਕਰ ਨਹੀਂ ਬਾਕੀ ਅਸੀਂ ਸਾਰੇ ਦੇ ਨਾਲ ਸਾਨੂੰ 45 ਦਿਓ ਸੋ ਜਿਸ ਕੈਂਡੀਡੇਟ ਕੋਲੋਂ ਪੇਮੈਂਟ ਜਿਹੜੀ ਲੈ ਗਈ ਸੀ ਉਹਨੂੰ ਹੁਣੇ ਵਾਪਸ ਜਿਹੜੀ ਹੈ ਮੌਕੇ 'ਤੇ ਦਿੱਤੀ ਜਾਏਗੀ। नीरू जी हम जी आओ तो देख सकते वापस किया गया भाजी माड़ा पीछे सौर करना भाजी माड़ा या हो जाओ कोई गल चल जा भरा यार भरा धक्का पिछों अपने हथ आप रखना यार हाथ मारा या भरा पिछे नूं रख मैडम ला रहे हैं बिल्कुल बस भाई उनकी बस कार्रवाई जी की जाएगी दस दिए कि जीनियस कंसल्टेंसी के बाद सर की कहना की है सर ਤੁਹਾਡਾ ਇਸ ਮਾਮਲੇ ਤੇ ਸਰ एक मिनट सर ਜੀ ਤੇ ਜੋ ਉਹਦੇ ਵਿੱਚ ਗਿਫਟ ਪਾਏ ਜਾਂਦੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਸਰ ਜੇ ਗੱਲ ਕਰੀਏ ਕਾਫੀ ਜ਼ਿਆਦਾ ਜਿਹੜੇ ਪਾਸਪੋਰਟ ਆ ਦਫ਼ਤਰ ਦੇ ਵਿੱਚ ਬਰਾਮਦ ਹੋਏ ਆ ਇੱਕ ਵਿਅਕਤੀ ਨੇ ਕਿਹਾ ਸੀਗਾ 45000 ਰੁਪਏ ਉਹ ਵੀ ਤੁਸੀਂ ਆਪਣੇ ਹੱਥੋਂ ਦਵਾਇਆ ਵਾ ਕੀ ਲੱਗਦਾ ਕਿ ਇਸੇ ਕੋਲ ਜੇ ਆਪਾਂ ਗੱਲ ਕਰੀਏ ਏਜੰਟ ਦਾ ਕਿਸ ਚੀਜ਼ ਦੀ ਪੇਮੈਂਟ ਸੀ ਉਹ
ਇਹ ਬ੍ਰਦਰ ਬਾਹਰ ਜਾਣ ਦੀ ਪੇਮੈਂਟ ਸੀ ਨਾ ਠੀਕ ਹੈ ਇਹ ਕਰੇ ਸਵੇਰੇ ਦਿੱਤੇ ਆ ਕਿ ਸਾਨੂੰ ਉਹ ਵਾਪਸ ਦੇ ਦੇਣ ਉਹ ਮੈਂ ਆਪਣੇ ਕਬਜ਼ੇ 'ਚ ਲੈ ਲਿਆ ਬਾਕੀ ਜੋ ਵੀ ਵੈਰੀਫਾਈ ਹੋਊਗਾ ਤੁਹਾਨੂੰ ਸਰ ਏਜੰਟੀ ਦਾ ਦਫ਼ਤਰ ਖੋਲ੍ਹਣ ਤੋਂ ਪਹਿਲੇ ਲਾਇਸੈਂਸ ਬਹੁਤ ਜ਼ਰੂਰੀ ਲਾਜ਼ਮੀ ਹੈ ਕਿ ਇਹਨਾਂ ਦੇ ਕੋਲ ਲਾਇਸੈਂਸ ਹੈਗਾ ਆ। ਬਿਲਕੁਲ ਉਹ ਦੇਖਦੇ ਬਸ ਵੈਰੀਫਾਈ ਕਰਦੇ ਆ ਸਰ ਕਾਫੀ ਪਾਸਪੋਰਟ ਵੀ ਬਰਾਮਦ ਹੋਏ ਨੇ ਅੰਦਰੋਂ, ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਬ੍ਰਦਰ ਵੈਰੀਫਾਈ ਕਰਦੇ ਬਾਅਦ ਪਤਾ ਸਰ ਅੱਗੇ ਵੀ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਸਾਹਮਣੇ ਆਏ ਆ ਕਾਫੀ ਇਸੇ ਦਫ਼ਤਰ ਦੇ ਵਿੱਚ ਆ ਚੁੱਕੇ, ਕੀ ਕਹਿਣਾ ਸਰ ਤੁਹਾਡਾ ਇਸ ਬਾਰੇ? ਬ੍ਰਦਰ ਉਹਦੇ ਬਾਰੇ ਹੁਣ ਕਿਉਂਕਿ ਏਰੀਆ ਤਾਂ ਤੁਹਾਡਾ ਹੀ ਪੈ ਗਿਆ ਨਾ ਸਰ। ਬ੍ਰਦਰ ਮੈਨੂੰ ਹੁਣ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਾਹਿਬ ਦਾ ਕਹਿਣਾ ਹੈ ਕਿ 2 ਮਹੀਨੇ ਹੋਏ ਇੱਕ ਮਿੰਟ ਭਾਜੀ। ਬਾਹਰ ਹੋਇਓ ਯਾਰ ਹੁਣ ਹੁੰਦਾ ਹੋਇਓ ਹੁਣ ਤਾਂ ਪੁਲਿਸ ਆ ਗਈ ਆ ਨਹੀਂ ਤਾਂ ਗਰਮੀ ਆ ਸੋ ਲਗਾਤਾਰ ਪੁਲਿਸ ਮੁਲਾਜ਼ਮ ਅੱਗੇ ਦੀ ਕਾਰਵਾਈ ਕਰਦੇ ਹੋਏ ਪੂਜਾ ਨਾਮ ਦੀ ਲੜਕੀ ਜਿਸ ਪਰ ਲਗਾਤਾਰ ਆਰੋਪ ਲੱਗ ਰਹੇ ਸੀ ਉਹਨਾਂ ਨੂੰ ਬਿਠਾ ਲਿਆ ਗਿਆ ਔਰ ਅੱਗੇ ਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ। ਇੱਕ ਮਿੰਟ ਤੁਸੀਂ ਇੱਥੋਂ ਜਦ ਭਾਈ ਦੱਸੋ 2 ਮਿੰਟ ਵੀਡੀਓ ਬਣਾਣੀ ਹੈ ਜਿਹੜਾ ਤੁਹਾਨੂੰ ਕਹਿੰਦੇ ਨਾਲ ਲਿਖੋ। ਸੋ ਤੁਹਾਨੂੰ ਦੱਸ ਦਈਏ ਤਸਵੀਰਾਂ ਸੀਗੀਆਂ ਜੀਨੀਅਸ ਕੰਸਲਟੈਂਸੀ ਨਾਮ ਦੇ ਜਿਹੜਾ ਫੁੱਟਬਾਲ ਚੌਂਕ ਦੇ ਕੋਲ ਜਿਹੜਾ ਆਫਿਸ ਹੈ ਉੱਥੇ ਦੀਆਂ। ਸੋ ਪੁਲਿਸ ਅੱਗੇ ਦੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਸੋ ਇਹਨਾਂ ਤਸਵੀਰਾਂ ਦੇ ਨਾਲ ਤੁਹਾਡੇ ਕੋਲ ਵੀ ਲਵਾਂਗੇ ਨਵੀਆਂ ਖਬਰਾਂ ਦੇ ਨਾਲ ਦੁਬਾਰਾ ਤੋਂ ਲਾਈਵ ਹੋਊਗਾ। ਦੇਖ ਲਓ ਜਲੰਧਰ ਟਾਈਮਜ਼ TV। ਧੰਨਵਾਦ ਜੀ।